ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰਹਿ ਕਾਮਨਾ ਹਿਰਦੇ ਜੋਈ, ਪੂਰਨ ਹੋਏ ਸਰਬ ਕੀ ਸੋਈ। ਜੁਗਲ ਕਾਲ ਪਲ ਬਨਹਿ ਆਹਾਰਾ, ਅਚਵੈ ਰੁਚ ਅਨੁਸਾਰ ਅਪਾਰਾ। ਕਰਹਿ ਕਾਮਨਾ ਹਿਰਦੇ ਜੋਈ, ਪੂਰਨ ਹੋਏ ਸਰਬ ਕੀ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਜੁਗਾ ਹੋ ਜੁਗ ਅਟਲ। ਆਨ ਸ਼ਬਦਾ ਅਵਤਾਰ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ,
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਦੇ ਵਿੱਚ ਜੋਤ ਜਗਾ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਤ ਅੰਮ੍ਰਿਤ ਵੇਲੇ ਉੱਠ ਕਰਕੇ ਰਾਵੀ ਦਰਿਆ ਦੇ ਵਿੱਚ ਸਤਿਗੁਰੂ ਮਹਾਰਾਜ ਪ੍ਰਵੇਸ਼ ਕਰਦੇ ਹਨ। ਗਲ ਤੱਕ ਪਾਣੀ ਦੇ ਵਿੱਚ ਖੜ ਕਰਕੇ ਸਤਿਗੁਰੂ ਮਹਾਰਾਜ ਰੱਬ ਦੀ ਯਾਦ ਦੇ ਵਿੱਚ ਸਮਾਂ ਬਤੀਤ ਕਰਦੇ। ਇਸ ਤਰ੍ਹਾਂ ਕਰਦਿਆਂ ਪਿਆਰਿਓ ਜੇਠ ਹਾੜ ਸਾਵਣ ਭਾਦਰੋ ਤੇ ਫਿਰ ਜਦੋਂ ਸਰਦ ਦੀ ਰੁੱਤ ਆ ਗਈ ਹੈ ਤੇ ਬਹੁਤ ਜ਼ਿਆਦਾ ਜਦੋਂ ਪਾਣੀ ਠੰਡਾ ਹੋ ਗਿਆ, ਬਹੁਤ ਠੰਡ ਜਦੋਂ ਵੱਧ ਗਈ, ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਿਤਨੇਮ ਮੁਤਾਬਕ ਸੀਤਲ ਜਲ ਦੇ ਵਿੱਚ ਜਾ ਕਰਕੇ ਮਹਾਰਾਜ ਉੱਥੇ ਖੜ ਕੇ ਪ੍ਰਮਾਤਮਾ ਦਾ ਧਿਆਨ ਧਾਰਨ ਕਰਦੇ। ਇੱਕ ਦਿਨ ਬਹੁਤ ਜ਼ਿਆਦਾ ਠੰਡ ਪੈ ਰਹੀ ਸੀ ਤੇ ਨਾਲ ਅਚਨਚੇਤ ਮੀਂਹ ਵੀ ਪੈ ਗਿਆ, ਕਣੀਆਂ ਵੀ ਪੈ ਗਈਆਂ, ਜਿਸ ਕਰਕੇ ਬਾਬਾ ਲੈਣਾ ਜੀ ਬਹੁਤ ਜ਼ਿਆਦਾ ਉਹਨਾਂ ਨੂੰ ਸਰਦ ਲੱਗ ਗਈ। ਦੰਦ ਜੁੜ ਗਏ ਹਨ, ਸਰੀਰ ਕੰਬਣ ਲੱਗ ਪਿਆ। ਇਨ੍ਹਾਂ ਸਰੀਰ ਦੇ ਵਿੱਚ ਠੰਡ ਨੇ ਆ ਕਰਕੇ ਪ੍ਰਵੇਸ਼ ਕਰਨਾ ਕੀਤਾ, ਸਰੀਰ ਪੂਰਾ ਅਕੜ ਗਿਆ, ਹੱਥ ਜਿਹੜੇ ਹਨ ਤੇੜੇ ਜੇ ਹੋ ਗਏ। ਤੇ ਇਸ ਤਰ੍ਹਾਂ ਜਦੋਂ ਇਹ ਅਵਸਥਾ ਹੋਈ ਹੈ ਮਹਾਰਾਜ ਜੀ ਦੇ ਬਸਤਰ ਧਰਤੀ ਤੇ ਗਿਰ ਗਏ। ਬਹੁਤ ਠੰਡ ਪੈਣ ਕਰਕੇ ਸਤਿਗੁਰੂ ਮਹਾਰਾਜ ਬੇਹੋਸ਼ ਦੀ ਅਵਸਥਾ ਦੇ ਵਿੱਚ ਆ ਗਏ, ਮੁਰਸ਼ਿਦ ਹੋ ਕਰਕੇ ਧਰਤੀ ਤੇ ਗਿਰ ਗਏ। ਤੁਰੰਤ ਸਤਿਗੁਰੂ ਮਹਾਰਾਜ ਜਲ ਦੇ ਵਿੱਚੋਂ ਬਾਹਰ ਨਿਕਲ ਕੇ ਆਏ। ਬਾਹਰ ਨਿਕਲ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਪਾਵਨ ਚਰਨ ਜਿਹੜਾ ਬਾਬਾ ਲਹਿਣਾ ਜੀ ਦੇ ਨਾਲ ਸਪਰਸ਼ ਕਰਨਾ ਕੀਤਾ। ਜਦੋਂ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਚਰਨ ਬਾਬਾ ਲਹਿਣਾ ਜੀ ਨੂੰ ਸਪਰਸ਼ ਹੋਇਆ ਤੇ ਉਸੇ ਵੇਲੇ ਤਨ ਦੇ ਵਿੱਚ ਸੋਝੀ ਹੋ ਆਈ ਹੈ ਤੇ ਨਾਲ ਗੁਰੂ ਘਰ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਨੂੰ ਬਾਬਾ ਲਹਿਣਾ ਜੀ ਨੂੰ ਰਿੱਧੀਆਂ ਸਿੱਧੀਆਂ ਦੀ ਦਾਤ ਪ੍ਰਾਪਤ ਹੋ ਗਈ। ਉਹਨਾਂ ਦਾ ਤੇਜ ਪ੍ਰਤਾਪ ਜਿਹੜਾ ਜਿਸ ਤਰ੍ਹਾਂ ਕਿ ਸੂਰਜ ਦਾ ਜਦੋਂ ਅੰਮ੍ਰਿਤ ਵੇਲੇ ਉਦੈ ਹੁੰਦਾ ਉਸ ਵੇਲੇ ਕਿਸ ਤਰ੍ਹਾਂ ਉਹਦਾ ਪ੍ਰਕਾਸ਼ ਵੱਧਦਾ ਜਾਂਦਾ, ਉਹਦੀ ਸ਼ਕਤੀ ਵੱਧਦੀ ਜਾਂਦੀ ਹੈ, ਇੰਜ ਸਤਿਗੁਰੂ ਮਹਾਰਾਜ ਜੀ ਦੇ ਅੰਦਰ ਜੋ ਦੈਵਿਕ ਸ਼ਕਤੀਆਂ ਜੋ ਹਨ ਉਹਨਾਂ ਨੇ ਆ ਕਰਕੇ ਪ੍ਰਵੇਸ਼ ਕਰਨਾ ਕੀਤਾ। ਉਸ ਤੋਂ ਬਾਅਦ ਜਿਸ ਤਰ੍ਹਾਂ ਸੂਰਜ ਜਦੋਂ ਵੱਧਦਾ ਜਾਂਦਾ ਉਹ ਇਸ ਤਰ੍ਹਾਂ ਹੀ ਉਹਦਾ ਪ੍ਰਤਾਪ ਵੀ ਵੱਧਦਾ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਬਾਬਾ ਲੈਣਾ ਜੀ ਦਾ ਵੀ ਪ੍ਰਤਾਪ ਬਹੁਤ ਜ਼ਿਆਦਾ ਵੱਧ ਰਿਹਾ ਹੈ। ਸਤਿਗੁਰੂ ਮਹਾਰਾਜ ਵਿਰਕਤ ਅਵਸਥਾ ਦੇ ਵਿੱਚ ਰਹਿੰਦੇ ਹਨ ਸਦਾ ਤੇ ਸਤਿਗੁਰੂ ਮਹਾਰਾਜ ਜੀ ਨੇ ਜੰਗਲ ਦੇ ਵਿੱਚ ਆਪਣੀ ਇੱਕ ਕੁਟੀਆ ਬਣਾਉਣੀ ਕੀਤੀ ਤੇ ਉਹਦੇ ਵਿੱਚ ਹੀ ਸਤਿਗੁਰੂ ਮਹਾਰਾਜ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਤੇ ਰੋੜਾਂ ਦੀ ਇੱਕ ਜਿਹੜਾ ਹੈ ਸੇਜਾ ਬਣਾਉਣੀ ਕੀਤੀ ਹੈ ਤੇ ਉਹਦੇ ਉੱਤੇ ਹੀ ਬੈਠ ਕਰਕੇ ਤਪ ਕਰਨਾ, ਸਿਮਰਨ ਕਰਨਾ ਤੇ ਜਦੋਂ ਥਕੇਵਾਂ ਆ ਜਾਵੇ ਉਹਦੇ ਉੱਤੇ ਹੀ ਜਿਹੜਾ ਲੰਬੇ ਪੈ ਕਰਕੇ ਸਾਧੂ ਦੇ ਫਿਰ ਘਾਲ ਕਮਾਈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਕਲਯੁਗ ਅੰਦਰ ਇੱਕ ਦਿਖਾਈ। ਬਹੁਤ ਭਾਰੀ ਤਪ ਤਪੱਸਿਆ ਸਤਿਗੁਰੂ ਮਹਾਰਾਜ ਜੀ ਨੇ ਕਰਤਾਰਪੁਰ ਦੀ ਧਰਤੀ ਦੇ ਵਿੱਚ ਕਰਨਾ ਕੀਤਾ। ਇਹ ਪਾਵਨ ਇਤਿਹਾਸ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ। ਇਸ ਤੋਂ ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ।
ਕਰਹਿ ਕਾਮਨਾ ਹਿਰਦੇ ਜੋਈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਚੌਂ ਦਿਸ਼ਾ ਤੋਂ ਸੰਗਤਾਂ ਜਿਹੜੀਆਂ ਹਨ ਬਹੁਤ ਜ਼ਿਆਦੀ ਗਿਣਤੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਤੇ ਜੋ ਉਹਨਾਂ ਦੀ ਜੋ ਕਾਮਨਾ ਹੁੰਦੀ ਹੈ, ਹਿਰਦੇ ਵਿੱਚ ਜੋ ਕਾਮਨਾ ਧਾਰਨ ਕਰਕੇ ਆਉਂਦੇ, ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ, ਸਤਿਗੁਰੂ ਮਹਾਰਾਜ ਤਤ ਛਿਨ ਉਹਨਾਂ ਦੀ ਸ਼ੁਭ ਭਾਵਨਾ ਨੂੰ ਪੂਰੀ ਕਰਦੇ ਹਨ। ਪੂਰਨ ਹੋਏ ਸਰਬ ਕੀ ਸੋਈ। ਸਾਰਿਆਂ ਦੀ ਸ਼ੁਭ ਭਾਵਨਾਵਾਂ ਗੁਰੂ ਘਰ ਦੇ ਵਿੱਚੋਂ ਪੂਰੀਆਂ ਹੋ ਰਹੀਆਂ। ਜੁਗਲ ਕਾਲ ਪਲ ਬਨਹਿ ਆਹਾਰਾ। ਜੁਗਲ ਕਾਲ ਦਾ ਮਤਲਬ ਕਿ 2 ਟਾਈਮ ਦੇ ਵਿੱਚ, ਇੱਕ ਤਾਂ ਸਵੇਰ ਦਾ ਤੇ ਦੂਜਾ ਸ਼ਾਮਾਂ ਦੇ ਵੇਲੇ ਬਹੁਤ ਵਧੀਆ ਜਿਹੜਾ ਆਹਾਰ ਲੰਗਰ ਦੇ ਵਿੱਚ ਬਣ ਰਿਹਾ ਹੈ। ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਦੇ ਹਨ ਲੰਗਰ ਦੇ ਵਿੱਚ। ਪਚਵੇਂ ਰੁਚ ਅਨੁਸਾਰ ਅਪਾਰਾ। ਸੰਗਤਾਂ ਜਿਹੜੀਆਂ ਹਨ ਆ ਕਰਕੇ ਪ੍ਰਸ਼ਾਦਾ ਉਹ ਛਕਦੀਆਂ ਹਨ। ਰੁਚ ਅਨੁਸਾਰ ਅਪਾਰਾ ਭਾਵ ਕਿ ਰੁਚੀ ਦੇ ਨਾਲ ਜਦੋਂ ਵਧੀਆ ਪ੍ਰਸ਼ਾਦਾ ਬਣ ਜਾਵੇ, ਵਧੀਆ ਪਦਾਰਥ ਬਣ ਜਾਵੇ, ਆਪਾਂ ਕਿਸ ਤਰ੍ਹਾਂ ਫਿਰ ਰੁਚੀ ਦੇ ਨਾਲ ਪ੍ਰਸ਼ਾਦਾ ਛਕਦੇ ਹਾਂ, ਚਾਹ ਦੇ ਨਾਲ ਪ੍ਰਸ਼ਾਦਾ ਛਕਦੇ, ਇਸ ਤਰ੍ਹਾਂ ਸੰਗਤਾਂ ਗੁਰੂ ਘਰ ਦੇ ਵਿੱਚੋਂ ਚਾਵੀਂ ਚਾਵੀਂ ਪ੍ਰਸ਼ਾਦਾ ਛਕ ਰਹੀਆਂ। ਬਹੁਤ ਰਸੋਈਏ ਦੇਗ ਕਰੇ। ਜਿਹੜੇ ਰਸੋਈਏ ਹਨ, ਲਾਂਗਰੀ ਸਿੰਘ ਹਨ, ਉਹਨਾਂ ਨੇ ਗੁਰੂ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਦੇਗ ਬਣਾਉਣੀ ਕੀਤੀ ਹੈ। ਇਹ ਨਹੀਂ ਹੈ ਕਿ ਬਸ ਜਦੋਂ ਮਰਜੀ ਜਾਓ ਦਾਲ ਤੇ ਪ੍ਰਸ਼ਾਦਾ ਜਿਹੜਾ ਹੈ, ਨਹੀਂ ਪਿਆਰਿਓ, ਤਰ੍ਹਾਂ ਤਰ੍ਹਾਂ ਦੇ ਆਈਟਮ ਜਿਹੜੇ ਹਨ ਖਾਣ ਦੇ ਪਦਾਰਥ, ਕਦੇ ਸਬਜ਼ੀ ਬਣ ਗਈ, ਦਾਲ ਚੌਲ ਤੇ ਪ੍ਰਸ਼ਾਦਾ ਤੇ ਮਠਿਆਈ ਵੀ, ਕੋਈ ਨਾ ਕੋਈ ਮਿੱਠਾ ਪਦਾਰਥ ਵੀ ਜ਼ਰੂਰ ਬਣਦਾ ਹੈ। ਜਿਤਿਕ ਅੰਨ ਚਾਹੇ ਤੇ ਤਿਕ ਲੇ। ਇਹ ਬਣਾਉਣ ਵਾਲੇ ਵੀ ਰਾਜ ਰਾਜ ਕਰਕੇ ਬਣਾਉਂਦੇ ਹਨ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾਉਣ ਦੇ, ਲੇਕਿਨ ਗੁਰੂ ਘਰ ਦੀ ਜੋ ਪਿਆਰਿਓ ਮਰਿਆਦਾ ਹੈ, ਖਾਸ ਕਰਕੇ ਕਹਿੰਦੇ ਨਾ ਮਹਾਂਪੁਰਖਾਂ ਦਾ ਇਹ ਬਚਨ ਹੈ ਕਿ ਭਾਈ ਖਾਓ ਮਨ ਭਰ ਤੇ ਝੂਠਾ ਨਾ ਛੋੜੋ ਕਣ ਭਰ। ਜਿੰਨਾ ਮਰਜੀ ਭਾਈ ਜੇ ਤੂੰ ਮਨ ਪਰ ਛਕਣਾ ਚਾਹੁੰਦਾ, ਤੈਨੂੰ ਕੋਈ ਰੋਕ ਟੋਕ ਨਹੀਂ ਹੈ ਗੁਰੂ ਘਰ ਦੇ ਵਿੱਚ, ਜਿੰਨਾ ਮਰਜੀ ਤੂੰ ਪ੍ਰਸ਼ਾਦਾ ਛਕ ਲੈਣਾ ਕਰ, ਲੇਕਿਨ ਇੱਥੇ ਕਣ ਮਾਤਰ ਵੀ ਤੂੰ ਗੁਰੂ ਘਰ ਦੇ ਵਿੱਚ ਝੂਠਾ ਨਾ ਛੱਡਣਾ ਕਰ। ਬਹੁਤ ਵੱਡਾ ਪਿਆਰਿਓ ਇਹ ਆਪਾਂ ਗੁਰੂ ਘਰ ਦੇ ਵਿੱਚ ਪਾਪ ਮੰਨਦੇ ਹਾਂ। ਖਾਸ ਕਰਕੇ ਲੰਗਰ ਦੇ ਵਿੱਚ ਜਦੋਂ ਆਪਾਂ ਪ੍ਰਸ਼ਾਦਾ ਛਕਦੇ, ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕਈ ਅਣਮਤੀਏ ਜਿਹੜੇ ਹਨ, ਜਦੋਂ ਉਹ ਵੀ ਆ ਜਾਂਦੇ ਪ੍ਰਸ਼ਾਦਾ ਪ੍ਰਾਪਤ ਕਰਨ ਵਾਸਤੇ, ਇੱਕ ਤਾਂ ਲਾਲਚ ਉਹਨਾਂ ਦੇ ਮਨ ਵਿੱਚ ਬਥੇਰੀ ਹੁੰਦੀ ਹੈ, ਉਹਨਾਂ ਨੂੰ ਲੱਗਦਾ ਕਿ ਮਿਲੇਗਾ ਕਿ ਨਹੀਂ ਮਿਲੇਗਾ, ਇਹ ਵੀ ਲੈ ਲੈਂਦੇ, ਉਹ ਵੀ ਲੈ ਲੈਂਦੇ, ਲੈ ਤਾਂ ਸਭ ਕੁਝ ਲੈਂਦੇ, ਲੇਕਿਨ ਬਾਅਦ ਵਿੱਚ ਝੂਠਾ ਜਿਹੜਾ ਹੈ ਉਹ ਛੱਡਦੇ ਆ ਕਰਦੇ, ਲੇਕਿਨ ਜਿਹੜਾ ਗੁਰੂ ਕਾ ਸਿੱਖ ਨਹੀਂ ਛੱਡਦੇ ਹਨ। ਕਈ ਤਾਂ ਗੁਰਮੁਖ ਪਿਆਰੇ ਪਿਆਰਿਓ, ਉਹਨਾਂ ਨੂੰ ਅਸਾਂ ਨੇ ਆਪ ਵੇਖਣਾ ਕੀਤਾ ਕਿ ਜਦੋਂ ਰੱਜ ਜਾਵੇ ਜਾਂ ਭੁੱਖ ਜਦੋਂ ਤ੍ਰਿਪਤ ਹੋ ਜਾਵੇ, ਕੁਛ ਪ੍ਰਸ਼ਾਦਾ ਜੇ ਬਚ ਗਿਆ ਨਾ, ਉਹ ਗੁਰੂ ਘਰ ਦੇ ਵਿੱਚ ਝੂਠਾ ਨਹੀਂ ਛੱਡਦੇ ਹਨ। ਕਿਸੇ ਪਤੀਲੇ ਦੇ ਵਿੱਚ ਹੋ ਗਿਆ ਜਾਂ ਮੇਮਜਾਮੇ ਦੇ ਵਿੱਚ ਉਹਨੂੰ ਲਪੇਟ ਕਰਕੇ ਪਾ ਲੈਂਦੇ ਹਨ, ਘਰੇ ਲੈ ਕੇ ਜਾਂਦੇ, ਲੇਕਿਨ ਅੰਨ ਦਾ ਨਿਰਾਦਰ ਨਹੀਂ ਕਰਦੇ ਹਨ, ਝੂਠਾ ਨਹੀਂ ਛੱਡਦੇ। ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਇਹ ਬਚਨ ਕਰਨਾ ਕੀਤਾ। ਮਹਾਰਾਜ ਜੀ ਨੇ ਕਿਹਾ ਨਾ, ਅੰਨ ਦੇਵਤਾ, ਪਾਣੀ ਦੇਵਤਾ, ਬਹਿ ਸੰਤਰ ਦੇਵਤਾ ਲੂਣ, ਪੰਜਵਾ ਪਾਇਆ ਘਿਰਤ ਤਾਂ ਹੋਆ ਪਾਕ ਪਵਿੱਤ। ਅਸਲ ਦੇ ਵਿੱਚ ਆਪਾਂ ਬੋਲਦੇ ਜੀ ਫਲਾਣਾ ਦੇਵਤਾ, ਫਲਾਨੀ ਦੇਵੀ ਕਰਕੇ, ਲੇਕਿਨ ਮਹਾਰਾਜ ਜੀ ਨੇ ਕਿਹਾ ਕਿ ਭਾਈ ਉਹ ਕੋਈ ਦੇਵੀ ਦੇਵਤੇ ਹੈ ਜਾਂ ਨਹੀਂ, ਇਹ ਗੱਲ ਵੱਖਰੀ ਹੈ, ਲੇਕਿਨ ਅਸਲ ਦੇ ਵਿੱਚ ਦੇਵਤਾ ਕੌਣ ਹੈ? ਇਹ ਅੰਨ ਜਿਹੜਾ ਹੈ, ਜਿਹਨੂੰ ਛਕ ਕਰਕੇ ਆਪਾਂ ਜੀ ਰਹਿੰਦੇ ਹਾਂ, ਇਹ ਸਾਡੇ ਵਾਸਤੇ ਦੇਵਤਾ। ਇਹ ਪਾਣੀ ਜਿਹੜਾ ਹੈ, ਪਾਣੀ ਦੇਵਤਾ ਹੈ। ਬੈਸੰਤਰ ਜਿਹੜਾ ਇਹ ਦੇਵਤਾ ਹੈ। ਲੂਣ ਵੀ ਦੇਵਤਾ ਹੈ। ਤੇ ਘਿਓ ਜਿਹੜਾ ਹੈ, ਜਦੋਂ ਘਿਓ ਪੈ ਜਾਵੇ ਤਾਂ ਇਹ ਪਾਕ ਸਾਲ ਜਿਹੜੀ ਹੈ ਇਹ ਪਵਿੱਤਰ ਹੋ ਜਾਂਦੀ ਹੈ। ਸਾਡੇ ਵਾਸਤੇ ਇਹ ਦੇਵਤੇ ਹਨ। ਇਸ ਕਰਕੇ ਆਪਾਂ ਅੰਨ ਦਾ ਪਿਆਰਿਓ ਸਤਿਕਾਰ ਕਰਨਾ ਚਾਹੀਦਾ। ਭਾਵੇਂ ਇਹ ਅੰਨ ਉਹੀ ਅੰਨ ਹੈ ਜਿਹਦੇ ਵਾਸਤੇ ਆਪਾਂ ਕਿੰਨੀ ਮਿਹਨਤ ਕਰਦੇ ਹਾਂ, ਕਿੰਨੀ ਮਸ਼ਕਤ ਕਰਦੇ ਹਾਂ। ਇੰਨਾ ਸਭ ਕੁਝ ਕਰਕੇ ਜਦੋਂ ਅੰਨ ਦੀ ਪ੍ਰਾਪਤੀ ਹੋ ਜਾਂਦੀ
ਤੇ ਫਿਰ ਜਦੋਂ ਉਹਨੂੰ ਆਪਾਂ ਝੂਠ ਦੇ ਵਿੱਚ ਛੱਡ ਦਿੰਦੇ ਤੇ ਬਹੁਤ ਵੱਡਾ ਅੰਨ ਦਾ ਤਿਰਸਕਾਰ ਹੁੰਦਾ। ਤਿਰਸਕਾਰ ਇਹਦਾ ਮਤਲਬ ਕਿ ਭਾਈ ਜਿੰਨਾ ਸਾਨੂੰ ਲੋੜ ਹੈ, ਜਿੰਨਾ ਆਪਾਂ ਛਕ ਸਕਦੇ ਆ ਉਨਾ ਲੈਣਾ ਚਾਹੀਦਾ ਤੇ ਅੰਨ ਦਾ ਕਦੇ ਨਿਰਾਦਰ ਨਹੀਂ ਕਰਨਾ ਚਾਹੀਦਾ। ਆ ਪਿਛਲੇ ਸਮੇਂ ਦੀ ਗੱਲ ਹੈ, ਮੈਂ ਕੁਝ ਪੜ੍ਹ ਰਿਹਾ ਸੀ ਇੱਕ ਮੈਗਜ਼ੀਨ ਦੇ ਵਿੱਚ, ਬੜੀ ਪਿਆਰੀ ਜੀ ਘਟਨਾ ਜਿਹੜੀ ਹੈ ਉਹਨੇ ਲਿਖਣਾ ਕੀਤਾ। ਕਹਿੰਦੇ ਕਿ ਹਿੰਦੁਸਤਾਨ ਦਾ ਬਹੁਤ ਵੱਡਾ ਜਿਹੜਾ ਅਰਬਪਤੀ ਬੰਦਾ ਤੇ ਰਤਨ ਟਾਟਾ ਜਿਹੜਾ ਸੀ, ਕਹਿੰਦੇ ਇਹ ਜਰਮਨੀ ਦੇ ਵਿੱਚ ਬਹੁਤ ਪਹਿਲਾਂ ਦੀ ਗੱਲ ਹੈ, ਇਹ ਗਿਆ ਹੋਇਆ ਸੀ। ਉੱਥੇ ਹੋਟਲ ਦੇ ਵਿੱਚ ਬੈਠ ਕਰਕੇ ਇਹਨਾਂ ਨੇ ਕੁਝ ਆਰਡਰ ਦਿੱਤਾ ਤੇ ਉੱਥੇ ਆਰਡਰ ਦੇ ਕਰਕੇ ਤੇ ਜਦੋਂ ਉਹ ਸਭ ਆ ਗਿਆ ਪ੍ਰਸ਼ਾਦਾ, ਤੇ ਹੁਣ ਜਿਸ ਤਰ੍ਹਾਂ ਹਿੰਦੁਸਤਾਨ ਦਾ ਕਲਚਰ ਹੈ ਕਿ ਭਾਈ ਇਹ ਵੱਡੇ ਲੋਕ ਹੁੰਦੇ ਹਨ, ਥੋੜਾ ਬਹੁਤ ਛਕ ਲਿਆ, ਬਾਕੀ ਦਾ ਇਹ ਝੂਠਾ ਛੱਡ ਦਿੰਦੇ। ਉਹਨਾਂ ਨੇ ਵੀ ਇੰਝ ਹੀ ਕਰਨਾ ਕੀਤਾ, ਥੋੜਾ ਬਹੁਤ ਜਿੰਨਾ ਛਕਣਾ ਸੀ ਉਹ ਛਕ ਲਿਆ, ਛਕ ਕਰਕੇ ਬਾਕੀ ਦਾ ਉਹਨਾਂ ਨੇ ਝੂਠਾ ਛੱਡ ਦਿੱਤਾ। ਤੇ ਫਿਰ ਜਿਹੜੇ ਬਹਿਰੇ ਸਨ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਆਹ ਲੈ ਕੇ ਜਾਓ। ਉੱਥੇ ਇੱਕ ਸਿਆਣੀ ਬੀਬੀ ਸੀ ਤੇ ਉਹਨੇ ਵੇਖਿਆ ਜਦੋਂ, ਕਿਉਂਕਿ ਜਰਮਨ ਦੇ ਵਿੱਚ ਅੰਨ ਦਾ ਨਿਰਾਦਰ ਕਰਨਾ, ਝੂਠ ਛੱਡਣਾ ਇਹ ਬਹੁਤ ਵੱਡਾ ਉਹ ਪਾਪ ਮੰਨਦੇ ਹਨ, ਇਹ ਗੈਰ ਕਾਨੂੰਨੀ ਹੈ। ਤੇ ਉਹਨੇ ਵੇਖਿਆ, ਵੇਖ ਕਰਕੇ ਉਹਨੇ ਪਹਿਲੇ ਤਾਂ ਇਹਨਾਂ ਨੂੰ ਸਮਝਾਇਆ ਕਿ ਭਾਈ ਆ ਤੁਸੀਂ ਝੂਠ ਨਾ ਛੱਡਣਾ ਕਰੋ ਤੇ ਇਹ ਬਹੁਤ ਵੱਡੀ ਗਲਤ ਗੱਲ ਹੈ। ਤੇ ਅੱਗੋਂ ਇਹਨਾਂ ਨੇ ਕਹਿ ਦਿੱਤਾ ਤੂੰ ਕੌਣ ਹੁੰਦੀ ਭਾਈ ਸਾਨੂੰ ਕਹਿਣ ਵਾਲੀ, ਅਸਾਂ ਇਹਦਾ ਭੁਗਤਾਨ ਕਰਨਾ ਕੀਤਾ, ਇਹਦੀ ਮਾਇਆ ਅਸਾਂ ਨੇ ਦਿੱਤੀ ਹੈ। ਹੁਣ ਇਹ ਅੰਨ ਜਿਹੜਾ ਸਾਡਾ ਹੋ ਗਿਆ, ਅਸੀਂ ਇਹਨੂੰ ਛਕੀਏ, ਭਾਵੇਂ ਇਹਨੂੰ ਆਪਾਂ ਝੂਠ ਦੇ ਵਿੱਚ ਛੱਡ ਦਈਏ, ਤੂੰ ਸਾਨੂੰ ਕਹਿ ਨਹੀਂ ਸਕਦੀ ਹੈ। ਤੇ ਉਸ ਵੇਲੇ ਕਹਿੰਦੇ ਉਹਨੇ ਤੁਰੰਤ ਪੁਲਿਸ ਵਾਲਿਆਂ ਨੂੰ ਫੋਨ ਕਰਨਾ ਕੀਤਾ। ਪੁਲਿਸ ਵਾਲੇ ਆ ਗਏ ਤੇ ਪੁਲਿਸ ਵਾਲਿਆਂ ਨੇ ਆ ਕਰਕੇ ਉਹਨਾਂ ਨੂੰ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਇਹ ਗੈਰ ਕਾਨੂੰਨੀ ਹੈ। ਜੇ ਤੁਸੀਂ ਭਾਵੇਂ ਤੁਹਾਡੇ ਕੋਲ ਮਾਇਆ ਹੋਵੇ, ਜੋ ਮਰਜ਼ੀ ਹੋਵੇ, ਲੇਕਿਨ ਇਹ ਜੋ ਪ੍ਰਸ਼ਾਦਾ ਪਾਣੀ ਅੰਨ ਧਾਨ ਜਿਹੜਾ ਹੈ ਇਹਦੇ ਉੱਤੇ ਸਾਰਿਆਂ ਦਾ ਹੱਕ ਹੈ। ਇਹ ਨਹੀਂ ਹੈ ਕਿ ਤੁਹਾਡੇ ਕੋਲ ਮਾਇਆ ਤੇ ਤੁਸੀਂ ਇਹਦਾ ਭੁਗਤਾਨ ਕਰ ਲਿਆ, ਅੰਨ ਤੁਹਾਡਾ ਬਣ ਗਿਆ। ਅੰਨ ਦਾ ਅਧਿਕਾਰ ਸਾਰਿਆਂ ਦਾ ਹੈ, ਇਸ ਕਰਕੇ ਤੁਸੀਂ ਝੂਠ ਨਹੀਂ ਛੱਡ ਸਕਦੇ। ਇੱਕ ਕੰਮ ਕਰਨਾ ਕਰੋ, ਜੇ ਨਹੀਂ ਛਕਣਾ ਇਹਨੂੰ ਪੈਕ ਕਰਕੇ ਲੈ ਕੇ ਜਾਓ, ਨਹੀਂ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਤਾਂ ਪਿਆਰਿਓ, ਉਸ ਵੱਡੇ ਉਦਯੋਗਪਤੀ ਨੇ ਆਪਣੇ ਜੀਵਨ ਦੇ ਵਿੱਚ ਲਿਖਿਆ, ਉਹਨੂੰ ਵੀ ਗੱਲ ਸਮਝ ਦੇ ਵਿੱਚ ਆ ਗਈ। ਉਹਨੂੰ ਵੀ ਫਿਰ ਲੱਗਿਆ ਕਿ ਭਾਵੇਂ ਮੈਂ ਜੋ ਮਰਜ਼ੀ ਹੋ ਜਾਵਾਂ, ਜਿੰਨਾ ਮਰਜ਼ੀ ਮੈਂ ਵੱਡਾ ਬਣ ਜਾਵਾਂ, ਲੇਕਿਨ ਪੈਕ ਕਰਕੇ ਘਰ ਵਿੱਚ ਲੈ ਕੇ ਗਿਆ। ਤੇ ਉਹਨੇ ਆਪਣੇ ਜੀਵਨ ਦੇ ਵਿੱਚ ਉਹ ਲਿਖਦਾ ਹੈ ਟਾਟਾ ਕਿ ਅੱਜ ਤੋਂ ਬਾਅਦ, ਉਸ ਤੋਂ ਬਾਅਦ ਮੈਨੇ ਇੱਕ ਮਨ ਦੇ ਵਿੱਚ ਪੱਕਾ ਇਹ ਸੰਕਲਪ ਲੈ ਲਿਆ ਕਿ ਜਿੰਨਾ ਮੈਨੂੰ ਚਾਹੀਦਾ ਮੈਂ ਉਨਾ ਹੀ ਲਵਾਂਗਾ, ਉਨਾ ਹੀ ਛਕਾਂਗਾ ਤੇ ਮੈਂ ਕਦੇ ਅੰਨ ਦਾ ਤਿਰਸਕਾਰ ਨਹੀਂ ਕਰਨਾ, ਝੂਠ ਨਹੀਂ ਛੱਡਣਾ। ਤੇ ਗੁਰੂ ਘਰ ਦੇ ਵਿੱਚ ਤਾਂ ਪਿਆਰਿਓ ਆਪਾਂ ਪਹਿਲਾਂ ਤੋਂ ਹੀ ਕਹਿੰਦੇ ਆ, ਆਪਾਂ ਆਪਣੇ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਇਹੀ ਸਿੱਖਿਆ ਦਿੰਦੇ ਕਿ ਬੇਟਾ ਜਿੰਨਾ ਲੈਣਾ ਤੂੰ ਛਕ, ਲੇਕਿਨ ਝੂਠ ਨਹੀਂ ਛੱਡਣੀ ਹੈ। ਕਿਉਂਕਿ ਇਹ ਜੋ ਸਿੱਖਿਆ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸਾਰੇ ਸਿੱਖਾਂ ਨੂੰ, ਕਿਹਾ ਕਿ ਭਾਈ ਜਿੰਨਾ ਛਕਣਾ ਛਕੋ, ਲੇਕਿਨ ਲੰਗਰ ਦੇ ਵਿੱਚ ਝੂਠ ਨਹੀਂ ਛੱਡਣਾ। ਨੀਕੀ ਰੀਤ ਸੁਧਾਰ ਬਣਾਵਹਿ, ਇਹ ਨੀਕੀ ਰੀਤ ਜਿਹੜੀ ਹੈ ਬਹੁਤ ਵਧੀਆ ਮਰਿਆਦਾ ਸਤਿਗੁਰੂ ਮਹਾਰਾਜ ਜੀ ਨੇ ਇਹਨੂੰ ਤੋੜਨਾ ਕੀਤਾ। ਲੇਕਿਨ ਅੱਜ ਵੀ ਪਿਆਰਿਓ ਕਈ ਜਿਹੜੇ ਹਨ ਜਾਤੀਆਂ ਦੇ ਵਿੱਚ, ਮਾਰਵਾੜੀ ਹੋ ਗਏ, ਗੁਜਰਾਤੀ, ਇਹ ਮਾਇਆ ਧਾਰੀ, ਤੇ ਉਹਨਾਂ ਦੇ ਪਿਆਰਿਓ ਇਹੋ ਜਿਹੀਆਂ ਪੁੱਠੀਆਂ ਰੀਤਾਂ ਵੀ ਅੱਜ ਵੀ ਮੌਜੂਦ ਹਨ। ਉਹਨਾਂ ਦੀ ਕੀ ਰੀਤ ਹੈ? ਆਪਾਂ ਦੇਖੋ ਕੋਈ ਬੰਦਾ ਝੂਠਾ ਛੱਡਦਾ ਨਾ, ਆਪਾਂ ਉਹਨੂੰ ਗਲਤ ਸਮਝਦੇ ਹਾਂ। ਆਪਾਂ ਕਹਿੰਦੇ ਕਿ ਭਾਈ ਇਹਨੇ ਅੰਨ ਦਾ ਨਿਰਾਦਰ ਕਰਨਾ ਕੀਤਾ। ਲੇਕਿਨ ਉਹਨਾਂ ਦੀ ਇਹ ਮਾਇਆ ਧਾਰੀਆਂ ਦੀ ਕੀ ਰੀਤ ਹੈ? ਉਹ ਫਿਰ ਜਦੋਂ ਵੀ ਕਿੱਥੇ ਪਾਰਟੀਆਂ ਦੇ ਵਿੱਚ ਜਾਂਦੇ, ਪ੍ਰਸ਼ਾਦਾ ਛਕਦੇ, ਤੇ ਉਹ ਝੂਠ ਜ਼ਰੂਰ ਛੱਡਦੇ ਹਨ ਥਾਲ ਦੇ ਵਿੱਚ, ਕਿਉਂਕਿ ਉਹਨਾਂ ਦੀ ਰੀਤੀ। ਤੇ ਉਹਨਾਂ ਨੂੰ ਜਦੋਂ ਅਸਾਂ ਨੇ ਪੁੱਛਿਆ ਇਹ ਤੁਹਾਡੀ ਕੀ ਮਰਿਆਦਾ ਭਾਈ, ਤੁਸੀਂ ਹਰ ਕੋਈ ਝੂਠਾ ਬੜਾ ਛੱਡਦੇ ਹੋ? ਤੇ ਉਹਨਾਂ ਨੇ ਕਿਹਾ ਕਿ ਸਾਡੇ ਵਿੱਚ ਝੂਠ ਛੱਡਣਾ ਇਹ ਰਿਵਾਜ ਹੈ। ਜਿਹੜਾ ਝੂਠ ਨਹੀਂ ਛੱਡਦਾ, ਥਾਲ ਦੇ ਵਿੱਚ ਪੂਰੀ ਥਾਲ ਪੂੰਝ ਕਰਕੇ ਛਕਦਾ, ਲੋਕੀ ਕਹਿੰਦੇ ਜੀ ਆਹ ਬੰਦਾ ਜਿਹੜਾ ਹੈ ਇਹ ਬੜਾ ਭਿਖਾਰੀ ਬੰਦਾ ਹੈ, ਇਹਨੂੰ ਤਾਂ ਪ੍ਰਸ਼ਾਦਾ ਨਹੀਂ ਮਿਲਦਾ, ਤਾਂ ਕਰਕੇ ਥਾਲੀ ਪੋਚ ਕਰਕੇ ਖਾ ਰਿਹਾ। ਇਸ ਤਰ੍ਹਾਂ ਪੁੱਠੀਆਂ ਮਰਿਆਦਾ, ਪੁੱਠੀਆਂ ਰੀਤੀਆਂ ਜਿਹੜੀਆਂ ਹਨ ਸੰਸਾਰ ਦੇ ਵਿੱਚ ਕਾਇਮ ਹਨ।
ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਨਿਰਮਲ ਮਾਰਗ ਜਿਹੜਾ ਹੈ ਦੱਸਣਾ ਕੀਤਾ। ਇਹੀ ਕਿਹਾ ਕਿ ਸਿੱਖਾ ਕਿ ਲੋੜ ਅਨੁਸਾਰ ਲੈਣਾ ਕਰ, ਜਿੰਨਾ ਲੱਗਦਾ ਖਾਓ ਮਨ ਭਰ। ਜੇ ਛਕਣਾ ਮਨ ਭਰ ਤੂੰ ਪ੍ਰਸ਼ਾਦਾ ਛਕਣਾ ਕਰ, ਲੇਕਿਨ ਝੂਠ ਨਾ ਛੱਡੋ ਕਣ ਭਰ। ਕਣ ਮਾਤਰ ਵੀ, ਇੱਕ ਦਾਣਾ ਮਾਤਰ ਵੀ ਝੂਠ ਜਿਹੜਾ ਨਹੀਂ ਛੱਡਣਾ ਚਾਹੀਦਾ। ਜਿਨ ਤੇ ਸਵਾਦ ਮਹਾ ਸ਼ੁਭ ਆਵਹਿ। ਤੇ ਹੁਣ ਲੰਗਰ ਦੇ ਵਿੱਚ ਜਦੋਂ ਪ੍ਰਸ਼ਾਦਾ ਤਿਆਰ ਕਰਦੇ ਹਨ, ਨਾਮ ਬਾਣੀ ਦਾ ਜਾਪ ਕਰਕੇ ਐਨ ਸੁਚਮਤਾਈ ਦੇ ਨਾਲ ਜਦੋਂ ਪ੍ਰਸ਼ਾਦਾ ਤਿਆਰ ਕਰਦੇ, ਤੇ ਕਵੀ ਰਾਜ ਜੀ ਦੱਸਦੇ ਹਨ ਗੁਰੂ ਕੇ ਲੰਗਰ ਦੇ ਵਿੱਚ ਤੇ ਬਹੁਤ ਸਵਾਦ ਉਹੀ ਦਾਲ ਹੁੰਦੀ ਹੈ, ਉਹੀ ਪ੍ਰਸ਼ਾਦਾ ਜੋ ਆਪਾਂ ਘਰ ਵਿੱਚ ਬਣਾਉਂਦੇ ਆ, ਲੇਕਿਨ ਜਦੋਂ ਗੁਰੂ ਘਰ ਦੇ ਵਿੱਚ ਬਣਦਾ ਤੇ ਪਿਆਰਿਓ ਉਹਦਾ ਰਸ ਬਦਲ ਜਾਂਦਾ। ਸਰਬ ਤਿਆਰ ਵੈ ਭੋਜਨ ਜਬ ਹੀ। ਜਦੋਂ ਸਾਰਾ ਪ੍ਰਸ਼ਾਦਾ ਭੋਜਨ ਜਦੋਂ ਤਿਆਰ ਹੋ ਜਾਂਦਾ, ਜਾਏ ਰਸੋਈਆ ਗੁਰ ਢਿਗ ਤਬ ਹੀ। ਤਾਂ ਰਸੋਈਆ ਜਿਹੜਾ ਲਾਂਗਰੀ ਸਿੱਖ ਉਹ ਸਤਿਗੁਰੂ ਮਹਾਰਾਜ ਜੀ ਕੋਲ ਚੱਲ ਕੇ ਆਉਂਦਾ ਹੈ। ਹਾਥ ਬੰਦ ਧਵੈ ਠਾਂਢੋ ਰਹੇ। ਹਾਥ ਜੋੜ ਕਰਕੇ ਉਹ ਖੜਾ ਹੁੰਦਾ। ਨਿਜ ਮੁਖ ਤੇ ਕੋ ਬਚਨ ਨਾ ਕਹੇ। ਆਪਣੇ ਮੁਖ ਤੋਂ ਉਹ ਕੋਈ ਬਚਨ ਨਹੀਂ ਕਰਦਾ। ਇਹ ਨਹੀਂ ਕਹਿੰਦਾ ਕਿ ਸਤਿਗੁਰੂ ਮਹਾਰਾਜ ਚਲੋ ਪ੍ਰਸ਼ਾਦਾ ਤਿਆਰ ਹੋ ਗਿਆ, ਦੇਰੀ ਨਾ ਕਰਨਾ ਕਰੋ, ਕੁਛ ਨਹੀਂ ਬੋਲਦਾ ਪਿਆਰਿਓ। ਸਿੱਧਾ ਜਾ ਕਰਕੇ ਉਹ ਹੱਥ ਜੋੜ ਕੇ ਖੜ ਜਾਂਦਾ। ਭਾਵ ਕਿ ਜਦੋਂ ਉਹ ਆ ਕਰਕੇ ਹੱਥ ਜੋੜ ਕੇ ਖੜ ਜਾਵੇ, ਇਹ ਇੱਕ ਸੰਕੇਤ ਸੀ ਕਿ ਭਾਈ ਲੰਗਰ ਦੇ ਵਿੱਚ ਪ੍ਰਸ਼ਾਦਾ ਤਿਆਰ ਹੋ ਗਿਆ। ਬੀਤਹਿ ਕਿਤਿਕ ਕਾਲ ਅਸਤਾਹੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਪਿਆਰਿਓ ਬਹੁਤ ਜ਼ਿਆਦਾ ਸਮਾਂ ਜਦੋਂ ਬਤੀਤ ਹੋਇਆ, ਜਬ ਲਓ ਪ੍ਰਭੂ ਬਿਲੋਕੈ ਨਾਹੀ। ਜਦੋਂ ਤੱਕ ਸਤਿਗੁਰੂ ਮਹਾਰਾਜ ਉਸ ਰਸੋਈਏ ਨੂੰ ਨਹੀਂ ਤੱਕਦੇ ਹਨ। ਸਹਿਜ ਸੁਭਾਏ ਦ੍ਰਿਸ਼ਟ ਗੁਰ ਪਰਹੀ। ਜਦੋਂ ਸਹਿਜ ਸੁਭਾਈ ਸਤਿਗੁਰੂ ਮਹਾਰਾਜ ਜੀ ਦੀ ਉਹਦੇ ਵੱਲ ਜਦੋਂ ਦ੍ਰਿਸ਼ਟੀ ਪੈ ਜਾਂਦੀ ਹੈ, ਮਹਾਰਾਜ ਜਦੋਂ ਵੇਖ ਲੈਂਦੇ, ਵਿਪਰ ਸੰਗ ਅਸ ਬਚਨ ਉਚਰਹਿ। ਸਤਿਗੁਰੂ ਮਹਾਰਾਜ ਜੀ ਨੇ ਫਿਰ ਵੇਖ ਕਰਕੇ ਉਹ ਜਿਹੜਾ ਰਸੋਈਆ ਸੀ ਨਾ, ਉਹਦੇ ਤਾਈਂ ਇਹ ਬਚਨ ਕਰਨਾ ਕੀਤਾ। ਹੇ ਦਿਜ ਭੋਜਨ ਭਇਓ ਤਿਆਰੀ। ਸਤਿਗੁਰੂ ਮਹਾਰਾਜ ਪੁੱਛਦੇ ਕਿ ਸਾਨੂੰ ਸੱਦਣ ਵਾਸਤੇ ਆਇਆ, ਦੱਸਣਾ ਕਰ ਕਿ ਤੂੰ ਸਾਨੂੰ ਸੱਦਣ ਵਾਸਤੇ ਤਾਂ ਨਹੀਂ ਆਇਆ ਹੈ। ਸ਼੍ਰੀ ਪ੍ਰਭ ਤੁਮਰੀ ਕਰੁਣਾ ਕਰਕੇ। ਅੱਗੋਂ ਰਸੋਈਏ ਨੇ ਹੱਥ ਜੋੜ ਕਰਕੇ ਗਲ ਵਿੱਚ ਪੱਲਾ ਪਾ ਕਰਕੇ ਕਿਹਾ ਕਿ ਸਤਿਗੁਰੂ ਮਹਾਰਾਜ ਆਪ ਜੀ ਦੀ ਕਿਰਪਾ ਕਰਕੇ ਭਇਓ ਆਹਾਰ ਤਿਆਰ ਸੁਧਰ ਕੇ। ਆਪ ਜੀ ਦੇ ਵਾਸਤੇ ਤੇ ਸੰਗਤਾਂ ਦੇ ਵਾਸਤੇ ਸਤਿਗੁਰੂ ਮਹਾਰਾਜ ਸੁਸਵਾਦੂ ਭੋਜਨ ਜਿਹੜਾ ਹੈ ਗੁਰੂ ਘਰ ਦੇ ਵਿੱਚ ਤਿਆਰ ਹੋ ਗਿਆ। ਤਬ ਤਹ ਸੰਗ ਜਾਏ ਜਗ ਸਾਈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਰਸੋਈਏ ਦੇ ਨਾਲ ਜਾ ਕਰਕੇ ਰੁਚ ਅਨੁਸਾਰ ਸੁ ਭੋਜਨ ਖਾਈ। ਆਪਣੀ ਰੁਚ ਅਨੁਸਾਰ ਜਿੰਨਾ ਸਤਿਗੁਰੂ ਮਹਾਰਾਜ ਜੀ ਨੂੰ ਲੱਗਦਾ, ਸਤਿਗੁਰੂ ਮਹਾਰਾਜ ਗੁਰੂ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਪ੍ਰਾਪਤ ਕਰਦੇ ਹਨ। ਬਹੁਰ ਦੇਗ ਵਰਤੈ ਪਸਚਾਤੀ। ਉਹ ਤੋਂ ਬਾਅਦ ਫਿਰ ਲੰਗਰ ਦੀ ਦੇਗ ਜਿਹੜੀ ਹੈ ਆਮ ਸੰਗਤਾਂ ਨੂੰ ਵਰਤਾਈ ਜਾਂਦੀ। ਸਰਬ ਸੰਗਤੀ ਹੋਏ ਅਘਾਤੀ। ਸਾਰੀਆਂ ਸੰਗਤਾਂ ਜਿਹੜੀਆਂ ਹਨ ਵਾਰੀ ਵਾਰੀ ਆ ਕਰਕੇ ਲੰਗਰ ਦੇ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕ ਕੇ ਰੱਜਦੀਆਂ। ਦੋਨੋਂ ਸਮੇਂ ਭਾਂਤ ਇਸ ਹੋਏ। ਇਸ ਤਰ੍ਹਾਂ ਪਿਆਰਿਓ ਦੋਵੇਂ ਸਮੇਂ, ਇੱਕ ਤਾਂ ਦਿਨ ਦੇ ਵੇਲੇ ਤੇ ਰਾਤਰੀ ਦੇ ਵੇਲੇ ਹੀ ਇਹ ਮਰਿਆਦਾ ਚੱਲਦੀ ਹੈ। ਆਵਹਿ ਖਾਏ ਨਾ ਹਟਕੈ ਕੋਏ। ਜਿਹੜਾ ਮਰਜੀ ਜਿਹਨੂੰ ਭੁੱਖ ਲੱਗੀ ਨਾ, ਉਹ ਆ ਜਾਵੇ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਛਕਣਾ ਕਰੇ। ਕੋਈ ਉਹਨੂੰ ਹਟਕਦਾ ਨਹੀਂ ਹੈ, ਕੋਈ ਉਹਦੀ ਪੁੱਛ ਪੜਤਾਲ ਨਹੀਂ ਹੁੰਦੀ ਹੈ। ਕੋਈ ਇਹ ਨਹੀਂ ਕਹਿੰਦਾ ਕਿ ਭਾਈ ਤੇਰੀ ਜਾਤ ਕੀ ਹੈ, ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਸਿੱਖ ਹੈ, ਤੂੰ ਕੌਣ ਹੈ, ਜਾਂ ਤੂੰ ਅਖੌਤੀ ਨੀਵੀਂ ਜਾਤ ਵਾਲਾ ਤਾਂ ਨਹੀਂ ਹੈ। ਇਸ ਤਰ੍ਹਾਂ ਕੋਈ ਉਹਦੇ ਨਾਲ ਪੁੱਛ ਪੜਤਾਲ ਨਹੀਂ ਹੁੰਦੀ ਹੈ। ਜਿਹੜਾ ਵੀ ਪਿਆਰਿਓ ਆਰਥੀ ਆਉਂਦਾ ਉਹਦੇ ਵਾਸਤੇ ਪ੍ਰਸ਼ਾਦਾ ਤਿਆਰ ਹੁੰਦਾ ਹੈ ਤੇ ਲੰਗਰ ਦੇ ਬੂਹੇ ਖੁੱਲੇ ਹੁੰਦੇ ਹਨ। ਉਹ ਐਨ ਸੁਖੈਨ ਜਾ ਕਰਕੇ ਇੱਕ ਪੰਗਤ ਦੇ ਵਿੱਚ, ਤੇ ਲੰਗਰ ਦੇ ਵਿੱਚ ਵੀ ਪੰਗਤਾਂ ਵੱਖਰੀਆਂ ਨਹੀਂ ਲੱਗਦੀਆਂ, ਕਿਉਂਕਿ ਅਜੋਕੇ ਜ਼ਮਾਨੇ ਦੇ ਵਿੱਚ ਤਾਂ ਪਿਆਰਿਓ ਇਹ ਗੱਲ ਜ਼ਿਆਦੀ ਨਹੀਂ ਹੈ। ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਜਦੋਂ ਜਾਤੀਵਾਦ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ, ਉਹਨਾਂ ਜ਼ਮਾਨਿਆਂ ਦੇ ਵਿੱਚ ਉੱਚੀ ਜਾਤ ਵਾਲੇ ਉਹਨਾਂ ਦੀ ਪੰਗਤ ਵੱਖਰੀ ਹੁੰਦੀ ਸੀ, ਉਹਨਾਂ ਦਾ ਲੰਗਰ ਜਿਹੜਾ ਵੱਖਰਾ ਬਣਦਾ ਸੀ। ਨੀਵੀਂ ਜਾਤ ਵਾਲਿਆਂ ਦਾ ਪ੍ਰਸ਼ਾਦਾ ਵੱਖਰਾ ਤਿਆਰ ਹੁੰਦਾ ਹੈ।
ਤੇ ਇੱਥੋਂ ਤੱਕ ਤਾਂ ਉਹਨਾਂ ਦੇ ਭਾਂਡੇ ਵੀ ਜਿਹੜੇ ਵੱਖਰੇ ਹੁੰਦੇ ਸਨ ਕਿ ਭਾਈ ਇਹ ਨੀਵੀਂ ਜਾਤ ਵਾਲਿਆਂ ਦਾ ਲੰਗਰ ਹੈ, ਉਹਨਾਂ ਨੂੰ ਪੰਗਤ ਵਿੱਚ ਵੀ ਨਹੀਂ ਬਿਠਾਇਆ, ਉਹਨਾਂ ਦੀ ਵੱਖਰੀ ਪੰਗਤ ਲੱਗਦੀ ਸੀ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਸਮਾਨਤਾ ਦਾ ਦਰਜਾ ਦੇਣ ਵਾਸਤੇ ਹੀ ਅਸਲ ਦੇ ਵਿੱਚ ਜੋ ਲੰਗਰ ਦੀ ਮਰਿਆਦਾ ਸਤਿਗੁਰੂ ਮਹਾਰਾਜ ਜੀ ਨੇ ਤੋੜਨੀ ਕੀਤੀ, ਇਹਦਾ ਮੁੱਖ ਕਾਰਨ ਇਹੀ ਹੈ ਕਿ ਸਾਰਿਆਂ ਨੂੰ ਸਮਾਨਤਾ ਦਾ ਇੱਕ ਪੰਗਤ ਦਾ ਦਰਜਾ ਪ੍ਰਾਪਤ ਹੋਵੇ। ਕਿਉਂਕਿ ਜਦੋਂ ਆਪਾਂ ਲੰਗਰ ਦੇ ਵਿੱਚ ਪਿਆਰਿਓ ਪ੍ਰਸ਼ਾਦਾ ਪ੍ਰਾਪਤ ਕਰਦੇ ਆ, ਕਦੇ ਵੇਖਣਾ ਕਰੋ ਕਿ ਸਾਡੇ ਸੱਜੇ ਕੌਣ ਬੈਠਿਆ, ਸਾਡੇ ਖੱਬੇ ਕੌਣ ਬੈਠਿਆ ਹੋਇਆ। ਹੋ ਸਕਦਾ ਸਾਡੇ ਲਾਗੇ ਕੋਈ ਰਾਜਾ ਬੈਠ ਜਾਵੇ, ਹੋ ਸਕਦਾ ਸਾਡੇ ਲਾਗੇ ਕੋਈ ਭਿਖਾਰੀ ਬੈਠ ਜਾਵੇ, ਲੇਕਿਨ ਲੰਗਰ ਦੇ ਵਿੱਚ ਸਾਰਿਆਂ ਨੂੰ ਸਮਾਨਤਾ ਹੁੰਦੀ ਹੈ। ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਕੋਈ ਵਿਤਕਰਾ ਨਹੀਂ ਹੁੰਦਾ, ਕੋਈ ਰੋਕ ਟੋਕ ਨਹੀਂ ਹੈ ਕਿ ਭਾਈ ਤੂੰ ਨੀਵੀਂ ਜਾਤ ਵਾਲਾ ਤੂੰ ਨਹੀਂ ਆ ਸਕਦਾ, ਜਾਂ ਤੂੰ ਉੱਚੀ ਜਾਤ ਵਾਲਾ ਤੈਨੂੰ ਪ੍ਰਸ਼ਾਦਾ ਪ੍ਰਾਪਤ ਹੋਵੇਗਾ ਕਰਕੇ। ਦਰਸ਼ਨ ਦੇਖੈ ਪੂਰੈ ਆਸਾ, ਸੰਗਤਾਂ ਜਿਹੜੀਆਂ ਹਨ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ, ਉਹਨਾਂ ਦੀਆਂ ਆਸਾਵਾਂ ਪੂਰੀਆਂ ਹੁੰਦੀਆਂ। ਪੜ੍ਹੈ ਸ਼ਬਦ ਕਰ ਪ੍ਰੇਮ ਹੁਲਾਸਾ, ਬਹੁਤ ਹੁਲਾਸ ਦੇ ਨਾਲ ਸ਼ਰਧਾ ਭਾਵਨਾ ਦੇ ਵਿੱਚ ਭਿੱਜ ਕਰਕੇ ਉਹ ਸ਼ਬਦ ਦਾ ਜਾਪ ਕਰਦੇ ਹਨ। ਕੀਤਿਕ ਸਮੀਪ ਰਹੈ ਸੁਖ ਪਾਈ, ਕਈ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਦੇ ਕੋਲ ਰਹਿ ਕਰਕੇ ਉਹਨਾਂ ਨੇ ਸੁਖ ਨੂੰ ਪ੍ਰਾਪਤ ਕਰਨਾ ਕੀਤਾ। ਕੀਤਿਕ ਦਰਸ ਕਰ ਸਦਨ ਸਿਧਾਈ, ਕਈ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਵਾਪਸ ਆਪਣੇ ਘਰਾਂ ਨੂੰ ਚੱਲ ਜਾਂਦੇ। ਇਸ ਪ੍ਰਕਾਰ ਬੀਤਿਓ ਕਿਤ ਕਾਲਾ, ਇਸ ਤਰ੍ਹਾਂ ਬਹੁਤ ਲੰਬਾ ਸਮਾਂ ਪਿਆਰਿਓ ਗੁਰੂ ਘਰ ਦੇ ਵਿੱਚ ਜਦੋਂ ਬਤੀਤ ਹੋਇਆ, ਬਹੁਰ ਤਪ ਹੈ ਤਪ ਕਠਨ ਕਿਰਪਾਲਾ, ਫਿਰ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਕਰ ਦਿੱਤਾ, ਕਦੇ ਵੀ ਮਹਾਰਾਜ ਪ੍ਰਸ਼ਾਦੇ ਨੂੰ ਨਹੀਂ ਛਕਦੇ ਹਨ। ਏਕ ਅਰਕ ਫੁੱਲ ਖਾਏ ਮੰਗਾਈ, ਕਦੇ ਕਦਾਈ ਸਤਿਗੁਰੂ ਮਹਾਰਾਜ ਨੂੰ ਜੇ ਮੌਜ ਲੱਗ ਜਾਵੇ ਤੇ ਅੱਕ ਦਾ ਇੱਕ ਫੁੱਲ ਮੰਗਾ ਕਰਕੇ ਉਹਨੂੰ ਛਕ ਲਿਆ ਕਰਦੇ। ਇਸ ਪ੍ਰਕਾਰ ਨਿਸ ਦਿਉਸ ਬਿਤਾਵੇ, ਇਸ ਤਰ੍ਹਾਂ ਦਿਨ ਰਾਤ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਸਮਾਂ ਜੀਵਨ ਦਾ ਬਤੀਤ ਕਰਨਾ ਕੀਤਾ। ਪੁਨ ਜਲ ਆਦ ਨਾ ਕੰਠ ਪੁਚਾਵੇ, ਫਿਰ ਆ ਕਰਕੇ ਪੁਨ ਜਲ ਆਦ ਨਾ ਕੰਠ ਪੁਚਾਵੇ, ਭਾਵ ਕਿ ਹੁਣ ਮਹਾਰਾਜ ਜੀ ਜਲ ਦੇ ਵਿੱਚ ਵੀ ਨਹੀਂ ਜਾਂਦੇ ਹਨ। ਦੋਏ ਕੋਸ ਲਗ ਕੀਨ ਨਿਸ਼ਾਨੀ, ਉਥੇ ਦਰਾਵੀ ਦੇ ਕੰਡੇ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ 2 ਕੋਸ ਦਾ ਵਿੱਥ ਜਿਹੜਾ ਹੈ, ਇੱਕ ਥਾਂ ਜਿਹੜੀ ਹੈ ਉਹਨੂੰ ਚੁਣਨਾ ਕੀਤਾ, ਭਾਵ ਕਿ ਤੇ ਸੱਜੇ ਤੋਂ ਖੱਬੇ ਲੈ ਕਰਕੇ 2 ਕੋਸ ਦੀ ਇਹ ਵਿੱਥ ਜਿਹੜੀ ਹੈ, ਇਹਦੇ ਵਿੱਚ ਤਿਨਕੇ ਵਿੱਚ ਵਿਚਰਤ ਗੁਣ ਖਾਨੇ, ਗੁਣਾ ਦੀ ਖਾਨ ਸਤਿਗੁਰੂ ਮਹਾਰਾਜ ਉਹਦੇ ਵਿਚਕਾਰ ਹੀ ਵਿਚਰਦੇ ਹਨ। ਸਾਰਿਆਂ ਨੂੰ ਲਾਂਬੇ ਕਰ ਦਿੱਤਾ, ਕਹਿ ਦਿੱਤਾ ਕਿ ਭਾਈ ਇਹ ਅਸਥਾਨ ਤੇ ਕੋਈ ਵੀ ਨਾ ਆਵੇ, ਕਿਉਂਕਿ ਉਹ ਅਸਥਾਨ ਦੇ ਵਿੱਚ ਸਤਿਗੁਰੂ ਮਹਾਰਾਜ ਸਮਾਧੀ ਦੇ ਵਿੱਚ ਲਿਵਲੀਨ ਰਹਿੰਦੇ ਹਨ। ਕਦੇ ਬੈਠ ਕਰਕੇ ਦਰਖਤ ਦੇ ਹੇਠ ਸਮਾਧੀ ਲਾ ਕਰਕੇ ਬਹਿ ਜਾਣਾ, ਕਦੇ ਸਤਿਗੁਰੂ ਮਹਾਰਾਜ ਤੁਰ ਫਿਰ ਕਰਕੇ ਪ੍ਰਮਾਤਮਾ ਦਾ ਜਾਪ ਕਰਦੇ ਹਨ। ਸ਼੍ਰੀ ਮੁਖ ਤੇ ਸ਼ੁਭ ਸ਼ਬਦ ਉਚਾਰੈ, ਸ਼੍ਰੀ ਮੁਖਾਰ ਬਿੰਦ ਤੋਂ ਸਤਿਗੁਰੂ ਮਹਾਰਾਜ ਫਿਰ ਸ਼ੁਭ ਸ਼ਬਦ ਜਿਹੜੇ ਹਨ ਗੁਰਬਾਣੀ ਦੇ, ਇੱਥੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਬੇਅੰਤ ਸ਼ਬਦ ਜਿਹੜੇ ਇਕਾਂਤ ਦੇ ਵਿੱਚ ਰਹਿ ਕਰਕੇ ਉਚਾਰਨ ਕਰਨਾ ਕੀਤਾ। ਠਾਂਡੇ ਸਗਰੋ ਦਿਉਸ ਗੁਜ਼ਾਰੈ, ਕਦੇ ਕਦਾਈ ਤਾਂ ਸਤਿਗੁਰੂ ਮਹਾਰਾਜ ਖੜੇ ਰਹਿ ਕਰਕੇ ਸਾਰਾ ਦਿਨ ਮਹਾਰਾਜ ਰੱਬ ਦੇ ਰੰਗ ਦੇ ਵਿੱਚ ਬਤੀਤ ਕਰ ਦਿੰਦੇ। ਦੋਹਰਾ ਇਤ ਤੇ ਉਤ ਤੇ ਸੋ ਇਤ ਬਾਸੁਰ ਕਰੈ ਬਿਹਾਈ, ਸਤਿਗੁਰੂ ਮਹਾਰਾਜ ਕੀ ਕਰਦੇ, ਇਹ 2 ਕੋਸ ਦੀ ਜੋ ਵਿੱਥ ਬਣਾਈ ਹੋਈ ਹੈ, ਜੋ ਅਸਥਾਨ ਮਹਾਰਾਜ ਜੀ ਨੇ ਚੁਣਨਾ ਕੀਤਾ ਏਕਾਂਤ ਦਾ ਅਸਥਾਨ, ਸਾਰਿਆਂ ਨੂੰ ਪਿਆਰਿਓ ਵਿਵਰਜਿਤ ਕਰ ਦਿੱਤਾ, ਸਾਰਿਆਂ ਨੂੰ ਰੋਕ ਲਾ ਦਿੱਤੀ ਹੈ। ਕੋਈ ਵੀ ਜਿਹੜਾ ਪਿਆਰਿਓ ਸੰਗਤਾਂ ਦੇ ਵਿੱਚੋਂ ਜਿਹੜਾ ਕੋਈ ਵੀ ਆਮ ਸ਼ਰਧਾਲੂ ਸਿੱਖ ਇਹ ਅਸਥਾਨ ਤੇ ਨਹੀਂ ਜਾ ਸਕਦਾ ਸੀ। ਸਿਰਫ ਗੁਣੇ ਚੁਣੇ ਜੋ ਸਿੱਖ ਸਨ, ਬਾਬਾ ਲਹਿਣਾ ਜੀ ਆਦਿਕ ਔਰ ਕਈ ਜਿਹੜੇ ਗੁਰੂ ਕੇ ਲਿਖਾਰੀ ਜਿਹੜੇ ਜੋ ਗੁਰਬਾਣੀ ਨੂੰ ਲਿਖਣ ਵਾਲੇ, ਉਹੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਹਿੰਦੇ ਤੇ ਸਤਿਗੁਰੂ ਮਹਾਰਾਜ ਕਦੇ ਕਦਾਈ ਬੈਠ ਕਰਕੇ ਬਾਣੀ ਦਾ ਉਚਾਰਨ ਕਰੀ ਜਾਂਦੇ ਹਨ, ਕਦੇ ਸਤਿਗੁਰੂ ਮਹਾਰਾਜ ਤੁਰ ਫਿਰ ਕਰਕੇ ਗੁਰਬਾਣੀ ਦੀ ਰਚਨਾ ਕਰਦੇ, ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਤ ਤੇ ਉਤ, ਇਥੋਂ ਫਿਰ 2 ਕੋਸ ਦੀ ਵਿੱਥ ਤੋਂ ਇਸ ਪਾਸਿਓਂ ਉਸ ਪਾਸੇ
ਉਸ ਪਾਸੇ ਤੋਂ ਚੱਲ ਕਰਕੇ ਇਸ ਪਾਸੇ ਆ ਜਾਣਾ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਸਮਾਂ ਬਤੀਤ ਕਰਨਾ ਕੀਤਾ। ਕਰ ਕੁਪੀਨ ਕਟ ਤਾਂਬਰ ਕੀ ਸਿਰ ਦੋ ਕੂਲ ਸੁਹਾਏ। ਤੇ ਉਸ ਵੇਲੇ ਦਾ ਸਤਿਗੁਰੂ ਮਹਾਰਾਜ ਜੀ ਦਾ ਜੋ ਮਹਾਰਾਜ ਜੀ ਨੇ ਪੁਸ਼ਾਕ ਧਾਰਨ ਕਰਨੀ ਕੀਤੀ, ਉਹਦੇ ਬਾਬਤ ਆਪਣੇ ਕਬੀਰਾਜ ਜੀ ਦੱਸਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਨੇ ਹੇਠ ਤੇੜ ਮਹਾਰਾਜ ਜੀ ਨੇ ਕੁਪੀਨ ਦਾ ਭਾਵ ਕਿ ਲਾਲ ਰੰਗ ਦਾ ਲੰਗੋਟਾ ਜਿਹੜਾ ਹੈ ਮਹਾਰਾਜ ਜੀ ਨੇ ਹੇਠ ਬੰਨਣਾ ਕੀਤਾ। ਤੇ ਸਿਰ ਦੇ ਉੱਤੇ ਦੁਕੂਲ ਦਾ ਮਤਲਬ ਛੋਟਾ ਜਿਹਾ ਪਰਨਾ, ਛੋਟੀ ਜੀ ਨਿੱਕੀ ਜੀ ਦਸਤਾਰ ਸਤਿਗੁਰੂ ਮਹਾਰਾਜ ਜੀ ਨੇ ਧਾਰਨ ਕਰਨੀ ਕੀਤੀ। ਬਸ ਇੱਕ ਤਾਂ ਸਿਰ ਢਕਣਾ ਕੀਤਾ ਤੇ ਹੇਠ ਨੰਗੇਜ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਲੰਗੋਟੇ ਦੇ ਨਾਲ ਢਕਣਾ ਕੀਤਾ। ਬਾਕੀ ਸਾਰਾ ਸਰੀਰ ਜਿਹੜਾ ਨਗਨ ਅਵਸਥਾ ਦੇ ਵਿੱਚ, ਇਹੀ ਅਵਸਥਾ ਦੇ ਵਿੱਚ ਰਹਿ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਕੌਤਕ ਕਰਨਾ ਕੀਤਾ। ਚੌਪਈ ਸਗਰੇ ਤਿਆਗੇ ਅਪਰ ਜੇ ਚੀਰਾ। ਔਰ ਜਿਹੜੇ ਬਸਤਰ ਆਦਿਕ ਮਹਾਰਾਜ ਜੀ ਜੋ ਧਾਰਨ ਕਰਦੇ ਸਨ, ਕਿਉਂਕਿ ਵਿਸ਼ੇਸ਼ ਕਰਕੇ ਆਪਣੇ ਭਾਈ ਗੁਰਦਾਸ ਸਾਹਿਬ ਜੀ ਨੇ ਤੇ ਕਬੀਰਾਜ ਜੀ ਨੇ ਵੀ ਇਹਦਾ ਵਰਣਨ ਕਰਨਾ ਕੀਤਾ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਥਾਪ ਕੀਆ ਵਰਤਾਰਾ। ਤੇ ਸਤਿਗੁਰੂ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਦੇ ਵਿੱਚ ਵਾਪਸ ਆ ਗਏ ਤੇ ਮਹਾਰਾਜ ਜੀ ਨੇ ਜੋ ਉਦਾਸੀਨ ਦੇ ਬਸਤਰ ਉਹਦਾ ਤਿਆਗ ਕਰਨਾ, ਮਹਾਰਾਜ ਜੀ ਨੇ ਇੱਕ ਨਵਾਂ ਆਚੋਜ ਵਰਤਾਉਣਾ ਕੀਤਾ ਹੈ। ਇਹ ਸਤਿਗੁਰੂ ਮਹਾਰਾਜ ਜੀ ਦੀਆਂ ਰਮਜਾਂ ਸਤਿਗੁਰੂ ਮਹਾਰਾਜ ਹੀ ਜਾਣਦੇ ਹਨ। ਹੁਣ ਮਹਾਰਾਜ ਜੀ ਨੇ ਸੰਸਾਰੀ ਬਸਤਰਾਂ ਦਾ ਵੀ ਤਿਆਗ ਕਰਕੇ ਤੇੜ ਜਿਹੜੀ ਕੁਪੀਨ ਬੰਨ ਕਰਕੇ ਲਾਲ ਰੰਗ ਦਾ ਲੰਗੋਟਾ, ਸਿਰ ਦੇ ਉੱਤੇ ਦਸਤਾਰਾ ਸਤਿਗੁਰੂ ਮਹਾਰਾਜ ਨਿੱਕੀ ਜੀ ਦਸਤਾਰ ਸਜਾਈ ਹੋਈ ਹੈ। ਇਹੀ ਬਸਤਰਾਂ ਦੇ ਵਿੱਚ ਸਤਿਗੁਰੂ ਮਹਾਰਾਜ ਇਕਾਂਤ ਦੇ ਵਿੱਚ ਰਹਿੰਦੇ ਹਨ, ਬਹੁਤ ਸਾਰੀ ਗੁਰਬਾਣੀ ਦਾ ਉਚਾਰਨ ਕਰਦੇ। ਫਿਰੈ ਪ੍ਰਭੂ ਹਵੇ ਨਗਨ ਸਰੀਰਾ। ਬਾਕੀ ਪੂਰਾ ਸਰੀਰ ਜਿਹੜਾ ਨਗਨ ਅਵਸਥਾ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਇਹ 2 ਕੋਸ ਦੀ ਵਿੱਥ ਦੇ ਵਿੱਚ ਵਿਚਰਦੇ ਹਨ, ਫਿਰਦੇ ਹਨ। ਬਹਰੋ ਆਏ ਵਿਭਾਵਰ ਜਬ ਹੀ। ਜਦੋਂ ਫਿਰ ਪਿਆਰਿਓ ਰਾਤ ਦਾ ਸਮਾਂ ਆ ਜਾਂਦਾ, ਸਥਿਤ ਹੋਏ ਕੁਟੀ ਮਹਿ ਤਬ ਹੀ। ਮਹਾਰਾਜ ਜੀ ਨੇ ਉੱਥੇ ਹੀ ਆ 2 ਕੋਸ ਦੀ ਵਿੱਥ ਦੇ ਵਿੱਚ ਜੋ ਅਸਥਾਨ ਚੁਣਨਾ ਕੀਤਾ। ਇੱਕ ਨਿੱਕੀ ਜੀ ਕੁਟੀਆ ਜਿਹੜੀ ਆ ਉਹ ਸਤਿਗੁਰੂ ਮਹਾਰਾਜ ਜੀ ਨੇ ਛਾਉਣੀ ਕੀਤੀ ਸੀ, ਬਣਾਉਣੀ ਕੀਤੀ। ਤੇ ਦਿਨ ਦੇ ਵਿੱਚ ਤਾਂ ਮਹਾਰਾਜ ਰੱਬ ਦੇ ਰੰਗ ਦੇ ਵਿੱਚ ਰਹਿੰਦੇ, ਤੇ ਜਦੋਂ ਰਾਤਰੀ ਦਾ ਸਮਾਂ ਆ ਜਾਵੇ ਸਤਿਗੁਰੂ ਮਹਾਰਾਜ ਉਹ ਕੁਟੀਆ ਦੇ ਵਿੱਚ ਆ ਜਾਂਦੇ ਹਨ। ਸਹਿਜਾ ਰੋਰਨ ਕੀ ਜੋ ਬਣਾਈ। ਜੋ ਰੋੜਿਆਂ ਦੀ ਸਹਿਜਾ ਸਤਿਗੁਰੂ ਮਹਾਰਾਜ ਜੀ ਨੇ ਬਣਾਉਣੀ ਕੀਤੀ। ਤਹ ਪਰ ਪੌੜ ਰਹਿ ਗਤਦਾਈ। ਉਹ ਪੱਥਰਾਂ ਦੀ ਸਹਿਜਾ ਦੇ ਉੱਤੇ ਸਤਿਗੁਰੂ ਮਹਾਰਾਜ ਵਿਸ਼ਰਾਮ ਕਰਦੇ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਹਾ ਨਾ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਅੱਕ ਤੇ ਰੇਤ ਦਾ ਆਹਾਰ ਕਰਕੇ ਰੋੜਾਂ ਦੀ ਮਹਾਰਾਜ ਜੀ ਨੇ ਵਿਛਾਈ ਕਰਨੀ ਕੀਤੀ। ਵੱਡੀ ਭੂਰ ਉਠ ਸਰਤਾ ਤੀਰਾ। ਵੱਡੇ ਅੰਮ੍ਰਿਤ ਵੇਲੇ ਉੱਠ ਕਰਕੇ ਸਤਿਗੁਰੂ ਮਹਾਰਾਜ ਨਦੀ ਦੇ ਕਿਨਾਰੇ ਚੱਲ ਜਾਂਦੇ। ਜਾਏ ਸੋ ਮੱਝਹਿ ਗੁਨੀ ਗਹੀਰ। ਗੁਨੀ ਗਹੀਰ ਸਤਿਗੁਰੂ ਮਹਾਰਾਜ ਜਾ ਕਰਕੇ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਦੇ ਹਨ। ਕਰੀ ਨਿਸ਼ਾਨੀ ਤਿਨਕੇ ਮਾਹੀ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਵੀ ਪਿਆਰਿਓ ਇੱਕ ਨਿਸ਼ਾਨੀ ਕੱਢਣੀ ਕੀਤੀ ਹੈ। ਉਹੀ ਘਾਟ ਦੇ ਵਿੱਚ ਹੀ ਜਾ ਕਰਕੇ ਇਸ਼ਨਾਨ ਕਰਦੇ। ਵਿਚਰਹਿ ਪੁਨ ਬੈਠੇ ਪ੍ਰਭ ਨਾਹੀ। ਉੱਥੇ ਜਾ ਕਰਕੇ ਕਦੇ ਸਤਿਗੁਰੂ ਮਹਾਰਾਜ ਫਿਰ ਨਦੀ ਦੇ ਵਿਚਕਾਰ ਹੀ ਸਤਿਗੁਰੂ ਮਹਾਰਾਜ ਵਿਚਰਦੇ ਹਨ, ਕਦੇ ਬਹਿੰਦੇ ਨਹੀਂ ਹਨ। ਕੀਤਿਕ ਕਾਲ ਇਉਂ ਬਿਤਵਨ ਕੀਨਾ। ਇਸ ਤਰ੍ਹਾਂ ਬਹੁਤ ਲੰਬਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਸਮਾਂ ਬਤੀਤ ਕਰਨਾ ਕੀਤਾ। ਬਹਰ ਅਰਕ ਫੁੱਲ ਸੋ ਤਜ ਦੀਨਾ। ਬਾਅਦ ਵਿੱਚ ਮਹਾਰਾਜ ਜੀ ਨੇ ਰੇਤ ਅੱਕ ਦਾ ਜੋ ਆਹਾਰ ਕਰਦੇ ਸਨ, ਅੱਕ ਦਾ ਫੁੱਲ ਛਕ ਲੈਣਾ। ਫਿਰ ਮਹਾਰਾਜ ਜੀ ਨੇ ਉਹਦਾ ਵੀ ਤਿਆਗ ਕਰ ਦਿੱਤਾ। ਸਿਕਤਾ ਇੱਕ ਮਾਸਾ ਮੁਖ ਪਾਵਹਿ। ਕੀ ਕਰਦਾ ਚੋਜੀ ਪ੍ਰੀਤਮ ਸਤਿਗੁਰੂ ਮਹਾਰਾਜ? ਇਹ ਤਾਂ ਮਹਾਰਾਜ ਜੀ ਦੀਆਂ ਪਿਆਰਿਓ ਇਹ ਚੋਜਾਂ ਹਨ। ਇਹ ਤਾਂ ਸਤਿਗੁਰੂ ਮਹਾਰਾਜ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪ੍ਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੈ ਨਾਹ। ਭਾਵ ਕਿ ਇਹ ਤਾਂ ਪ੍ਰਮਾਤਮਾ ਦੇ ਰੰਗ ਦੇ ਵਿੱਚ ਸਤਿਗੁਰੂ ਮਹਾਰਾਜ ਆਪਣਾ ਸਮਾਂ ਬਤੀਤ ਕਰ ਰਹੇ ਹਨ। ਕੋਈ ਪਿਆਰਿਓ ਕੋਈ ਦਾਵਾ ਨਹੀਂ ਕਰ ਸਕਦਾ। ਕਈ ਜਿਹੜੇ ਅਣਮਤੀਏ ਹਨ,
ਭਾਵ ਕਿ ਕਈ ਤਰਕਵਾਦੀ ਸ਼ੰਕਾਵਾਦੀ ਉਹ ਕਈ ਤਰ੍ਹਾਂ ਦੇ ਊਲ ਫਜੂਲ ਦੇ ਸ਼ੰਕੇ ਵੀ ਕਰਦੇ ਕਿ ਇਸ ਤਰ੍ਹਾਂ ਮਹਾਰਾਜ ਥੋੜੀ ਕਰ ਸਕਦੇ, ਜਾਂ ਮਹਾਰਾਜ ਨੇ ਇਹ ਕਿਉਂ ਕਰਨਾ ਕੀਤਾ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹਨ। ਲੇਕਿਨ ਪਿਆਰਿਓ, ਬਾਬੋਂ ਕੀ ਗਤ ਬਾਬੋ ਜਾਣੈ, ਭਾਵ ਕਿ ਮਹਾਰਾਜ ਜੀ ਦੀ ਗਤ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਹੀ ਜਾਣ ਸਕਦੇ ਹਨ। ਆਪਾਂ ਬੇਸ਼ੱਕ ਕਈ ਲੋਕ ਆਪਣੀ ਤੁੱਛ ਬੁੱਧੀ ਅਨੁਸਾਰ ਅਨੁਮਾਨ ਕਰਦੇ, ਕੋਈ ਕਹਿੰਦਾ ਜੀ ਮਹਾਰਾਜ ਜੀ ਨੇ ਤਪ ਕਰਨਾ ਕੀਤਾ, ਕੋਈ ਕਹਿੰਦਾ ਜੀ ਜਪ ਕਰਨਾ ਕੀਤਾ, ਲੇਕਿਨ ਨਹੀਂ ਪਿਆਰਿਓ, ਆਪਾਂ ਕੁਛ ਨਹੀਂ ਕਹਿ ਸਕਦੇ ਆ। ਇਹ ਤਾਂ ਸਤਿਗੁਰੂ ਮਹਾਰਾਜ ਜੀ ਦੀ ਲੀਲਾ ਹੈ, ਇਹ ਤਾਂ ਸਤਿਗੁਰੂ ਮਹਾਰਾਜ ਜੀ ਦੇ ਚੋਜ ਹਨ। ਇਸ ਤਰ੍ਹਾਂ ਮਹਾਰਾਜ ਜੀ ਨੇ ਉਥੇ ਬੇਅੰਤ ਚੋਜ ਕਰਨੇ ਕੀਤੇ। ਤਿਆਗਿਓ ਔਰ ਨਹੀਂ ਕੁਛ ਖਾਵਹਿ। ਸਤਿਗੁਰੂ ਮਹਾਰਾਜ ਜੀ ਕਦੇ ਫਿਰ ਇੱਕ ਸਿਕਤਾ ਜਿਹੜਾ ਸਿਕਤਾ ਦਾ ਮਤਲਬ ਰੇਤ ਦਾ ਕਣ ਜਿਹੜਾ ਉਹ ਮਹਾਰਾਜ ਜੀ ਛਕ ਲਿਆ ਕਰਦੇ, ਉਸ ਤੋਂ ਇਲਾਵਾ ਕੁਛ ਨਹੀਂ ਛਕਣਾ। ਤਿਆਗਿਓ ਔਰ ਨਹੀਂ ਕੁਛ ਖਾਵਹਿ। ਉਹਦਾ ਵੀ ਫਿਰ ਕਦੇ ਸਤਿਗੁਰੂ ਮਹਾਰਾਜ ਜੀ ਨੇ ਬਾਕੀ ਸਾਰਿਆਂ ਬਿੰਦ ਤੋਂ ਇਹ ਬਚਨ ਕੀਤਾ। ਨਾਉ ਸੁਹਾਵਾ ਵਕਤ ਸੁਹਾਵਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਇਹ ਕਿਉਂ ਕਰਦੇ ਹੋ, ਕਿਉਂ ਆਪ ਜੀ ਨੂੰ ਪ੍ਰਸ਼ਾਦਾ ਸੁਹਾਵਣਾ ਨਹੀਂ ਲੱਗਦਾ, ਕਿਉਂ ਮਹਾਰਾਜ ਇਹ ਬਸਤਰ ਆਪ ਜੀ ਨੂੰ ਚੰਗੇ ਨਹੀਂ ਲੱਗਦੇ ਹਨ, ਇਹਦਾ ਕੀ ਕਾਰਨ ਹੈ? ਤਾਂ ਮਹਾਰਾਜ ਜੀ ਨੇ ਪਿਆਰਿਓ 2 ਸ਼ਬਦਾਂ ਦੇ ਵਿੱਚ ਹੀ ਇਹ ਜਵਾਬ ਦੇ ਦਿੱਤਾ। ਕਹਿ ਦਿੱਤਾ ਕਿ ਨਾਉ ਸੁਹਾਵਾ ਵਕਤ ਸੁਹਾਵਾ। ਸਾਨੂੰ ਤਾਂ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਸੁਹਾਵਾ ਲੱਗਦਾ ਹੈ, ਉਹ ਸਾਨੂੰ ਸ਼ੋਭਦਾ ਹੈ। ਤੇ ਜਦੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਅਸੀਂ ਵਕਤ ਗੁਜ਼ਾਰਦੇ ਹਾਂ, ਸੱਚ ਜਾਣੋ ਉਹ ਵਕਤ ਵੀ ਜਿਹੜਾ ਸਾਡੇ ਵਾਸਤੇ ਸ਼ੋਭਨੀਕ ਸੁਹਾਵਾ ਬਣ ਜਾਂਦਾ। ਵਿੱਚ ਰਹਿ ਉਚਰਤ ਇਸੇ ਪ੍ਰਕਾਰ। ਜਦੋਂ ਕੋਈ ਜਾ ਕਰਕੇ ਪੁੱਛੇ ਤਾਂ ਸਤਿਗੁਰੂ ਮਹਾਰਾਜ ਇੰਝ ਹੀ ਉਚਾਰਨ ਕਰਦੇ ਹਨ, ਇਹੀ ਕਹਿ ਦਿੰਦੇ ਨਾਉ ਸੁਹਾਵਾ ਵਕਤ ਸੁਹਾਵਾ। ਸਾਨੂੰ ਤਾਂ ਪ੍ਰਮਾਤਮਾ ਦਾ ਨਾਮ ਹੀ ਸ਼ੋਭਦਾ ਹੈ, ਉਹਦੇ ਰੰਗ ਦੇ ਵਿੱਚ ਹੀ ਅਸੀਂ ਰਹਿੰਦੇ ਹਾਂ। ਮਸਤਕ ਦੀਪੈ ਤੇਜ ਅਤ ਭਾਰਾ। ਸਤਿਗੁਰੂ ਮਹਾਰਾਜ ਜੀ ਦੇ ਮਸਤਕ ਦੇ ਉੱਤੇ ਪਿਆਰਿਓ, ਮੁਖ ਮਸਤਕ ਦੇ ਉੱਤੇ ਬਹੁਤ ਜ਼ਿਆਦਾ ਤੇਜ ਪਖ ਰਿਹਾ, ਲਾਲੀ ਪਖ ਰਹੀ ਹੈ। ਸੁਨ ਸੁਨ ਸਿਫਤ ਆਏ ਨਰ ਭੂਰਮ। ਸੁਨ ਸੁਨ ਕਰਕੇ ਬਹੁਤ ਸਾਰੇ ਲੋਕ ਸਤਿਗੁਰੂ ਮਹਾਰਾਜ ਜੀ ਦੀ ਸਿਫਤ ਸਲਾਹ ਸੁਣ ਕਰਕੇ ਆਉਂਦੇ। ਦਰਸ਼ਨ ਦੇਖੈ ਰਹਿ ਹਦੂਰਮ। ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਰਹਿ ਕਰਕੇ ਸਤਿਗੁਰਾਂ ਦੇ ਉਹ ਦਰਸ਼ਨ ਕਰਦੇ ਹਨ। ਜੋ ਨਰ ਆਏ ਚਰਨ ਲਪਟਾਵੇ। ਜਿਹੜਾ ਵੀ ਆ ਜਾਂਦਾ ਨਾ ਉਹ ਰਹਿ ਨਹੀਂ ਸਕਦਾ, ਉਹ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਨੂੰ ਲਿਪਟ ਜਾਂਦਾ। 300 ਅਸ ਪ੍ਰਭ ਬਚਨ ਅਲਾਵੇ। ਉਹਨਾਂ ਦੇ ਪ੍ਰਤੀ ਸਤਿਗੁਰੂ ਮਹਾਰਾਜ ਇਹ ਬਚਨ ਉਚਾਰਨ ਕਰਦੇ। ਬਸ ਕਰ ਪੁਰਖਾ ਭਲਾ ਸੋ ਹੋਈ। ਸਤਿਗੁਰੂ ਮਹਾਰਾਜ ਕਹਿ ਦਿੰਦੇ, ਪੁਰਖਾ ਬਸ ਕਰ ਜਾ, ਬਹੁਤ ਹੋ ਗਿਆ, ਮੱਥਾ ਨਾ ਟੇਕਣਾ ਕਰ। ਇਹ ਨਹੀਂ ਕਹਿੰਦੇ ਕਿ ਆਓ ਜੀ ਮੇਰੇ ਮੱਥਾ ਟੇਕਣਾ ਕਰੋ। ਕੋਈ ਆ ਕੇ ਜ਼ਬਰਦਸਤੀ ਵੀ ਮੱਥਾ ਟੇਕੇ, ਮਹਾਰਾਜ ਉਹਨੂੰ ਰੋਕ ਦਿੰਦੇ ਹਨ। ਸਿਮਰਹੁ ਨਾਮ ਸਕਲ ਦੁੱਖ ਖੋਈ। ਉਹਨੂੰ ਇਹੀ ਉਪਦੇਸ਼ ਦਿੰਦੇ ਕਿ ਸਾਡੇ ਚਰਨਾਂ ਦੇ ਵਿੱਚ ਲੱਗਣ ਦਾ ਤਾਂ ਹੀ ਫਾਇਦਾ ਪ੍ਰਾਪਤ ਹੋਵੇਗਾ ਜੇ ਤੁਸੀਂ ਪਰਮਾਤਮਾ ਦਾ ਸਿਮਰਨ ਕਰੋਗੇ। ਜੇ ਪਰਮਾਤਮਾ ਦਾ ਸਿਮਰਨ ਕਰੋਗੇ ਤਾਂ ਹੀ ਤੁਹਾਡਾ ਭਲਾ ਹੋਵੇਗਾ, ਸਾਰੇ ਦੁੱਖਾਂ ਦੀ ਤੁਹਾਡੇ ਤਾਂ ਹੀ ਤਾਂ ਨਿਵਰਤੀ ਹੋਵੇਗੀ। ਸਿਰਫ ਸਾਡੇ ਚਰਨਾਂ ਦੇ ਉੱਤੇ ਮੱਥਾ ਟੇਕਣ ਦੇ ਨਾਲ ਤੁਹਾਡੀ ਸਦਗਤੀ ਨਹੀਂ ਹੋ ਸਕਦੀ ਹੈ ਤੇ ਦੁੱਖਾਂ ਦਾ ਨਾਸ਼ ਨਹੀਂ ਹੋ ਸਕਦਾ। ਜੇ ਤੁਸੀਂ ਆਪਣੇ ਦੁੱਖਾਂ ਦਾ ਨਾਸ਼ ਕਰਨਾ ਚਾਹੁੰਦੇ ਹੋ ਤੇ ਫਿਰ ਪਰਮਾਤਮਾ ਦਾ ਸਿਮਰਨ ਕਰਨਾ ਕਰੋ। ਕੇਤਿਕ ਦਿਨ ਇਉ ਗੁਰੂ ਗੁਜ਼ਾਰੇ। ਇਸ ਤਰ੍ਹਾਂ ਕਈ ਕੋ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਰੱਬ ਦੇ ਰੰਗ ਦੇ ਵਿੱਚ ਇਹ ਅਵਸਥਾ ਜਿਹੜੀ ਹੈ ਜੋ ਆਪ ਜੀ ਨੇ ਸਰਵਣ ਕਰਨਾ ਕੀਤਾ। ਮਹਾਰਾਜ ਜੀ ਹੇਠ ਮਹਾਰਾਜ ਜੀ ਨੇ ਕੁਪੀਨਾ ਧਾਰਨ ਕਰਨਾ ਕੀਤਾ। ਉੱਤੇ 2 ਕੂਲ, ਦੁਕੂਲ ਦਾ ਮਤਲਬ ਕਿ 2 ਗਜ ਦਾ ਕਪੜਾ ਜਿਹੜਾ ਜਿਹਦੇ ਵੱਧ ਤੋਂ ਵੱਧ 2 ਤੋਂ 3 ਪੇਂਚ ਆਉਂਦੇ ਹਨ ਦਸਤਾਰ ਦੇ, ਭਾਵ ਕਿ ਨਿੱਕੀ ਜੀ ਦਸਤਾਰ ਜਿਹਨੂੰ ਆਪਾਂ ਕੇਸਕੀ ਬੋਲਦੇ ਆ, ਜੋ ਕਈ ਗੁਰਮੁਖ ਜਨ ਤੇ ਦਸਤਾਰ ਦੇ ਹੇਠ ਕੇਸਗੀ ਸਜਾਉਂਦੇ। ਨਿੱਕੀ ਜੀ ਕੇਸਗੀ ਸਤਿਗੁਰੂ ਮਹਾਰਾਜ ਜੀ ਸਜਾਉਂਦੇ, ਬਾਕੀ ਪੂਰਾ ਸਰੀਰ ਜਿਹੜਾ ਅਲਫ ਨੰਗਾ ਹੈ ਤੇ ਇਸ ਤਰ੍ਹਾਂ ਹੀ ਪਰਮਾਤਮਾ ਦੇ ਰੰਗ ਦੇ ਵਿੱਚ ਰਹਿੰਦੇ ਹਨ। ਤੇ ਇਸ ਅਵਸਥਾ ਦੇ ਵਿੱਚ ਮਹਾਰਾਜ ਜੀ ਨੇ
ਧੁਰ ਕੀ ਬਾਣੀ ਦਾ ਬਹੁਤ ਜ਼ਿਆਦਾ ਉਚਾਰਨ ਕਰਨਾ ਕੀਤਾ। ਇਸ ਕਾਲਖੰਡ ਦੇ ਵਿੱਚ ਗੁਰੂ ਮੈਂ ਨਾਮ ਦੇ ਨਰਤਾ ਸੁਨੰਤੇ, ਜਿਹੜੇ ਆਉਂਦੇ ਨਾ ਸ਼ਰਧਾਲੂ ਗੁਰੂ ਕੇ ਸਿੱਖ, ਉਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ ਤੇ ਸ਼ਬਦ ਨੂੰ ਸੁਣਦੇ ਹਨ। ਮਹਾਪਤਿਤ ਸੇ ਜਗਤ ਧਰਨ ਤੇ, ਇਹੋ ਜਿਹੇ ਮਹਾਪਤਿਤ ਲੋਕ ਜਿਹੜੇ ਉਹ ਸਾਰੇ ਪਰਮਾਤਮਾ ਦਾ ਨਾਮ ਜਾਪ ਕਰਕੇ ਮਹਾਰਾਜ ਜੀ ਦੇ ਚਰਨ ਛੂ ਪ੍ਰਾਪਤ, ਜੋ ਚਰਨ ਧੂੜੀ ਨੂੰ ਛੂ ਕਰਕੇ ਉਹ ਵੱਡੇ ਤੋਂ ਵੱਡੇ ਪਤਿਤ ਵੀ ਜਿਹੜੇ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ। ਇਕ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਤਪ ਕਰਨ ਪ੍ਰਸੰਗ ਵਰਣਨੰ ਨਾਮ 49ਵਾਂ ਅਧਿਆਏ। ਇੱਥੇ ਪਿਆਰਿਓ 49ਵਾਂ ਅਧਿਆਏ ਜਿਹੜੀ ਸਮਾਪਤੀ ਹੋਈ ਹੈ ਤੇ ਅਗਲਾ ਜਿਹੜਾ 50ਵਾਂ ਅਧਿਆਏ ਜਿਹੜਾ ਹੈ ਉਹਦੀ ਆਰੰਭਤਾ ਹੋ ਰਹੀ ਹੈ। ਦੋਹਰਾ ਰਿਦਾ ਕਿਦਾਰ ਸੁਧਾਰਨੋ ਤਜਨੋ ਸਰਬ ਵਿਕਾਰ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਆ ਜੋ ਨਵਾਂ ਅਧਿਆਇ ਉਹਦੀ ਆਰੰਭਤਾ ਹੋ ਰਹੀ ਹੈ, ਉਸ ਤੋਂ ਪਹਿਲਾਂ ਉਹਨਾਂ ਨੇ ਮੰਗਲ ਕਰਨਾ ਕੀਤਾ ਤੇ ਆ ਜਿਹੜਾ ਪਿਆਰਿਓ ਪ੍ਰਸੰਗ ਜਿਹੜਾ ਆਰੰਭ ਹੋ ਰਿਹਾ, ਇਥੋਂ ਪ੍ਰਕਰਨ ਵੀ ਬਦਲ ਰਿਹਾ ਹੈ ਤੇ ਅਧਿਆਇ ਵੀ ਨਵਾਂ ਜਿਹੜਾ ਹੈ ਉਹ ਸ਼ੁਰੂਆਤ ਹੋ ਰਹੀ ਹੈ। ਤੇ ਇਸ ਅਧਿਆਇ ਦੇ ਵਿੱਚ, ਇਸ ਪ੍ਰਕਰਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਤੋਂ ਖੇਤੀ ਦੀ ਕਾਰ ਕਰਾਉਣੀ ਕੀਤੀ ਹੈ, ਸਿੱਖਾਂ ਦੀ ਪਰਖ ਕਰਨੀ ਕੀਤੀ ਸਤਿਗੁਰੂ ਮਹਾਰਾਜ ਜੀ ਨੇ। ਤੇ ਵਿਸ਼ੇਸ਼ ਕਰਕੇ ਜਿਹੜੇ ਵੀ ਕਈ ਸਿੱਖ ਆਏ ਸਨ ਤੇ ਉਹਨਾਂ ਦੀ ਪਰਖ ਕਰਨ ਵਾਸਤੇ ਉਹਨਾਂ ਨੂੰ ਕਹਿ ਦਿੱਤਾ ਕੋਈ ਨਾਮ ਨਹੀਂ ਜਪਣਾ ਭਾਈ, ਖੇਤੀ ਦੇ ਵਿੱਚ ਲੱਗ ਜਾਓ, ਕਿਰਤ ਕਰਨਾ ਕਰੋ, ਇਹਦੇ ਵਿੱਚ ਹੀ ਤੁਹਾਡਾ ਉਧਾਰ ਹੋਵੇਗਾ। ਇਸ ਕਰਕੇ ਕਿਉਂਕਿ ਇਹਦੇ ਵਿੱਚ ਅੱਗੇ ਆਪ ਜੀ ਜਦੋਂ ਕਥਾ ਸਰਵਣ ਕਰੋਗੇ ਜ਼ਿਆਦਾ ਕਰਕੇ ਖੇਤੀ ਦਾ ਗੱਲ ਆਵੇਗੀ, ਉਹਦਾ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦੇਣਾ ਹੈ ਤੇ ਸੰਗਤਾਂ ਨੂੰ ਖੇਤੀ ਦੇ ਵੱਲ ਲਾਉਣਾ। ਇਸ ਕਰਕੇ ਕਵੀ ਰਾਜ ਜੀ ਨੇ ਵੀ ਮੰਗਲਾਚਰਨ ਜਿਹੜਾ, ਕਿਉਂਕਿ ਪ੍ਰਕਰਨ ਆਵੇਗਾ ਖੇਤੀ ਦਾ, ਇਸ ਕਰਕੇ ਮੰਗਲਾਚਰਨ ਵੀ ਜਿਹੜਾ ਉਹਨਾਂ ਨੇ ਖੇਤੀ ਦਾ ਕਰਨਾ ਕੀਤਾ। ਤੇ ਕਹਿੰਦੇ ਕਿ ਰਿਦਾ ਕਿਦਾਰ ਸੁਧਾਰਨੋ ਤਜਨੋ ਸਰਬ ਵਿਕਾਰ। ਜਦੋਂ ਪਿਆਰਿਓ ਆਪਾਂ ਖੇਤੀ ਕਰਦੇ ਆ, ਜਿਹੜੇ ਜ਼ਿਮੀਂਦਾਰਾ ਕਰਦੇ ਹਨ ਉਹਨਾਂ ਨੂੰ ਪਤਾ ਹੁੰਦਾ ਜ਼ਮੀਨ ਤਾਂ ਪਿਆਰਿਓ ਬਹੁਤ ਜ਼ਿਆਦੀ ਹੁੰਦੀ ਹੈ, ਕਈਆਂ ਦੇ ਕੋਲ ਹੋਵੇਗੀ, ਲੇਕਿਨ ਜੇ ਜ਼ਮੀਨ ਵਧੀਆ ਨਾ ਹੋਵੇ ਤੇ ਉਹਦੇ ਵਿੱਚ ਜਿੰਨਾ ਮਰਜੀ ਬੀਜ ਪਾਓ ਉਹ ਖੇਤੀ ਤੁਹਾਡੀ ਨਹੀਂ ਪੁੰਗਰ ਸਕਦੀ ਹੈ, ਨਹੀਂ ਉਗ ਸਕਦੀ। ਇਸ ਤੋਂ ਪਹਿਲੇ ਸਭ ਤੋਂ ਪਹਿਲੇ ਕੀ ਕਰਨਾ ਪੈਂਦਾ, ਜ਼ਿਮੀਂਦਾਰ ਕੀ ਕਰਦਾ ਤੇ ਹਲ ਵਾਉਂਦਾ। ਹਲ ਕਿਉਂ ਵਾਇਆ ਜਾਂਦਾ ਹੈ? ਕਿਉਂਕਿ ਜਦੋਂ ਹਲ ਵਾਉਂਦੇ ਹਨ ਉਹਦੇ ਵਿੱਚ ਕਈ ਜਿਹੜੀ ਫਾਲਤੂ ਦੀ ਖੇਤੀ ਜਿਹੜੀ ਹੈ, ਜੰਗਲੀ ਘਾਹ ਬੂਟੇ ਜਿਹੜੇ ਹਨ, ਉਹ ਜਦੋਂ ਆਪਾਂ ਇਹ ਕਰਦੇ ਹਾਂ ਹਲ ਵਾਉਂਦੇ ਹਾਂ ਉਹਦੇ ਵਿੱਚ ਉਹ ਪੱਟੇ ਜਾਂਦੇ ਹਨ, ਜੜ ਤੋਂ ਉਹ ਪੱਟੇ ਜਾਂਦੇ ਹਨ ਤੇ ਇੱਕ ਫਿਰ ਖੇਤੀ ਜਿਹੜੀ ਹੈ ਇੱਕਦਮ ਨਿਰਮਲ ਹੋ ਜਾਂਦੀ ਹੈ। ਭਾਵ ਕਿ ਉਹਦੇ ਵਿੱਚ ਫਾਲਤੂ ਦਾ ਜਿੰਨਾ ਜੋ ਘਾਹ ਪੱਠਾ ਜਿਹੜਾ ਉੱਗਿਆ ਹੋਇਆ ਸੀ ਉਹ ਸਭ ਖਤਮ ਹੋ ਜਾਂਦਾ। ਤੇ ਜਦੋਂ ਖੇਤੀ ਐਨ ਪੱਧਰੀ ਹੋ ਜਾਵੇ, ਸਾਫ਼ ਹੋ ਜਾਵੇ, ਉਹਦੇ ਬਾਅਦ ਉਹਦੇ ਵਿੱਚ ਤੁਸੀਂ ਦਾਣੇ ਪਾਓ ਤਾਂ ਜਾ ਕਰਕੇ ਤੁਹਾਡੀ ਖੇਤੀ ਜੋ ਤੁਸੀਂ ਬੀਜ ਪਿਓਗੇ ਉਹ ਬੀਜ ਜਿਹੜਾ ਚੰਗੀ ਤਰ੍ਹਾਂ ਉਹ ਫਲੀਭੂਤ ਹੋਵੇਗਾ। ਲੇਕਿਨ ਤੁਸੀਂ ਕੰਮ ਕਰਨਾ ਕਰੋ ਪਹਿਲੇ ਜਿਹੜੀ ਹੈ ਘਾਹ ਪੱਠਿਆਂ ਦੇ ਨਾਲ ਜਾਂ ਜੰਗਲੀ ਘਾਹ ਦੇ ਨਾਲ ਖੇਤੀ ਭਰੀ ਹੋਈ ਹੋਵੇ, ਉਹਦੇ ਵਿੱਚ ਭਾਵੇਂ ਬਹੁਤ ਵਧੀਆ ਤੋਂ ਵਧੀਆ ਵੀ ਬੀਜ ਸੁੱਟ ਦਿਓ, ਬੋ ਦਿਓ, ਤੇ ਸੱਚ ਜਾਣੋ ਪਿਆਰਿਓ ਤੁਹਾਡਾ ਬੀਜ ਖਰਾਬ ਹੋਵੇਗਾ ਤੇ ਉਹ ਬੀਜ ਕਦੇ ਅੰਕੁਰਿਤ ਨਹੀਂ ਹੋ ਸਕਦਾ। ਇਸ ਕਰਕੇ ਸਭ ਤੋਂ ਪਹਿਲੇ ਕਿਸਾਨ ਕੀ ਕਰਦੇ ਹਨ, ਧਰਤੀ ਨੂੰ ਚੰਗੀ ਤਰ੍ਹਾਂ ਸਵਾਰਦੇ ਹਨ, ਹਲ ਵਾਉਂਦੇ ਹਨ, ਗੋਡੀ ਕਰਦੇ ਤੇ ਫਿਰ ਪਿਆਰਿਓ ਉਹਦੇ ਉੱਤੇ ਸੁਹਾਗਾ ਆਦਿਕ ਫੇਰਦੇ ਹਨ, ਨਿਰਮਲ ਕਰਦੇ ਖੇਤੀ ਨੂੰ, ਉਹਦੇ ਬਾਅਦ ਬੀਜ ਪਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਕਵੀ ਰਾਜ ਜੀ ਨੇ ਇਹ ਦ੍ਰਿਸ਼ਟਾਂਤ ਲੈ ਕਰਕੇ ਆਪਣੇ ਮਨ ਨੂੰ ਸਮਝਾਇਆ, ਕਿਹਾ ਕਿ ਮਨਾ ਕਿ ਇਸ ਤਰ੍ਹਾਂ ਹੀ ਤੇਰੇ ਅੰਦਰ ਵੀ ਮੈਂ ਨਾਮ ਦਾ ਬੀਜ ਬੋਣਾ ਹੈ, ਲੇਕਿਨ ਤੇਰੇ ਅੰਦਰ ਦਾ ਇਹ ਮਨ ਰੂਪੀ ਖੇਤ ਦੇ ਵਿੱਚ ਵਿਸ਼ੇ ਵਿਕਾਰ ਦੀ ਬਹੁਤ ਸਾਰੀ ਜਿਹੜੀ ਹੈ, ਬਹੁਤ ਤਰ੍ਹਾਂ ਦੇ ਇਹ ਬੂਟੇ ਜਿਹੜੇ ਲੱਗੇ ਹੋਏ ਹਨ। ਇਸ ਕਰਕੇ ਸਭ ਤੋਂ ਪਹਿਲੇ ਉਹਨੂੰ ਪੁੱਟਣਾ ਪਵੇਗਾ। ਰਿਦਾ ਕਿਦਾਰ ਸੁਧਾਰਨੋ, ਹਿਰਦਾ ਰੂਪੀ ਖੇਤੀ ਨੂੰ ਸੁਧਾਰਨਾ, ਤਜਨੋ ਸਰਬ ਵਿਕਾਰ। ਤੇ ਇਹ ਸਾਰੇ ਵਿਕਾਰਾਂ ਨੂੰ ਆਪਣੇ ਮਨ ਦੇ ਵਿੱਚੋਂ ਜਦੋਂ ਆਪਾਂ ਕੱਢ ਦਿੰਦੇ ਆ, ਹਲ ਵਾ ਕਰਕੇ ਇਹਨੇ ਸਾਰੀ ਜੋ ਹੈ
ਮਨ ਦੇ ਅੰਦਰ ਜੋ ਵਿਸ਼ੇ ਵਿਕਾਰ ਉਹ ਸਾਰੇ ਆਪਾਂ ਪਾਸੇ ਕਰ ਦਿੰਦੇ ਆ, ਤਾਂ ਸਾਡਾ ਹਿਰਦਾ ਪਹਿਲੇ ਨਿਰਮਲ ਹੁੰਦਾ। ਸਤਿਗੁਰ ਕਰੁਣਾ ਜਲ ਪਰੈ ਭਗਤ ਕਿਰਖੀ ਵੈਸਾ। ਉਹ ਤੋਂ ਬਾਅਦ ਜਦੋਂ ਫਿਰ ਪਾਣੀ ਪਾਇਆ ਜਾਂਦਾ, ਸਿੱਧਾ ਪਿਆਰਿਓ ਹਲ ਵਾ ਕਰਕੇ, ਤੇ ਕਿਰਸਾਨ ਇਹ ਨਹੀਂ ਕਰ ਦਿੰਦਾ ਕਿ ਬੀਜ ਸੁੱਟ ਦਿੰਦਾ, ਨਹੀਂ ਪਿਆਰਿਓ, ਪਹਿਲੇ ਹਲ ਵਾ ਕਰਕੇ ਖੇਤ ਨੂੰ ਨਿਰਮਲ ਕੀਤਾ ਜਾਂਦਾ, ਉਹਦੇ ਸਾਰੇ ਮਲ ਨੂੰ ਦੂਰ ਕੀਤਾ ਜਾਂਦਾ, ਫਿਰ ਉਹਦੇ ਵਿੱਚ ਪਾਣੀ ਪਾਇਆ ਜਾਂਦਾ, ਪਾਣੀ ਪਾ ਕਰਕੇ ਫਿਰ ਉਹਦੇ ਵਿੱਚ ਬੁਆਈ ਕੀਤੀ ਜਾਂਦੀ ਹੈ, ਤਾਂ ਉਹ ਖੇਤ ਚੰਗੀ ਤਰ੍ਹਾਂ ਫਲੀਭੂਤ ਹੁੰਦੀ। ਕਵੀ ਰਾਜੀ ਕਹਿੰਦੇ ਕਿ ਇਸ ਤਰ੍ਹਾਂ ਤੂੰ ਪਹਿਲੇ ਆਪਣੇ ਮਨ ਨੂੰ ਨਿਰਮਲ ਕਰਨਾ ਕਰ ਵਿਸ਼ੇ ਵਿਕਾਰਾਂ ਤੋਂ, ਫਿਰ ਸਤਿਗੁਰ ਕਰਨਾ ਜਲ ਪਰੈ, ਫਿਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਰੂਪੀ ਜਲ ਜਦੋਂ ਇਹਦੇ ਉੱਤੇ ਤੇਰੇ ਮਨ ਦੇ ਉੱਤੇ ਪਵੇਗਾ, ਤਾਂ ਭਗਤ ਕਿਰਖੀ ਹੋਇ ਸਾਰ, ਭਗਤੀ ਰੂਪੀ ਖੇਤੀ ਜਿਹੜੀ ਹੈ ਉਹ ਤੇਰੇ ਮਨ ਦੇ ਵਿੱਚ ਪੈਦਾ ਹੋਵੇਗੀ। ਮਹਾਰਾਜ ਜੀ ਨੇ ਕਿਹਾ ਨਾ, ਸੋਠ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਹੀ ਪਾਵਨ ਸ਼ਬਦ ਆਪਾਂ ਪੜ੍ਹਦੇ ਆ। ਪਿਤਾ ਜੀ ਨੇ ਕਿਹਾ ਕਿ ਬੇਟਾ ਜੀ ਤੁਸੀਂ ਖੇਤੀ ਕਰਨਾ ਕਰੋ, ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਪਿਤਾ ਜੀ ਅਸੀਂ ਖੇਤੀ ਤਾਂ ਕਰਦੇ ਹੀ ਆ। ਕਿਹੜੀ ਖੇਤੀ ਕਰਦੇ? ਮਹਾਰਾਜ ਨੇ ਕਿਹਾ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਧਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ। ਮਹਾਰਾਜ ਜੀ ਨੇ ਖੇਤੀ ਬਾਬਤ ਦੱਸਣਾ ਕੀਤਾ ਕਿ ਮਨ ਨੂੰ ਹਲ ਬਣਾਇਆ, ਤੇ ਮਨ ਨੂੰ ਹਾਲੀ ਬਣਾਇਆ ਅਸਾਂ ਨੇ, ਤੇ ਖੇਤੀ ਕਰਦੇ ਹਨ, ਸਰਮ ਪਾਣੀ ਸ਼ਰਮ ਦਾ ਪਾਣੀ ਪਾਉਂਦੇ, ਤੇ ਤਨ ਰੂਪੀ ਖੇਤ ਹੈ, ਨਾਮ ਦਾ ਬੀਜ ਹੈ, ਸੰਤੋਖ ਦਾ ਸੁਹਾਗਾ ਫੇਰਿਆ ਗਿਆ, ਤੇ ਬੇਸ ਕਿਹੜਾ ਰੱਖਦੇ ਆ, ਤੇ ਰਖ ਗਰੀਬੀ ਵੇਸ, ਗਰੀਬੀ ਦਾ ਜਿਹੜਾ ਹੈ ਭੇਸ ਅਸੀਂ ਧਾਰਨ ਕਰਕੇ ਰੱਖਦੇ। ਫਿਰ ਇਹਦੇ ਵਿੱਚੋਂ ਖੇਤੀ ਕਿਹੜੀ ਜੰਮਦੀ ਹੈ? ਭਾਉ ਕਰਮ ਕਰ ਜੰਮ ਸੀ, ਪ੍ਰੇਮਾ ਭਗਤੀ ਰੂਪੀ ਫਿਰ ਖੇਤ ਉਹ ਫਿਰ ਪੈਦਾ ਹੁੰਦਾ, ਤੇ ਜਿਹਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਆ ਜਾਵੇ, ਸੇ ਘਰ ਭਾਗਠ ਦੇਖ, ਉਹ ਉਹਨਾਂ ਦਾ ਘਰ ਜਿਹੜਾ ਭਾਗਯਵਾਨ ਭਾਗਸ਼ਾਲੀ ਬਣ ਜਾਂਦਾ ਹੈ। ਇਸ ਤਰ੍ਹਾਂ ਕਵੀ ਰਾਜ ਜੀ ਨੇ ਸਾਨੂੰ ਮਨ ਦੀ ਖੇਤੀ ਕਰਨਾ ਸਮਝਾਇਆ ਹੈ। ਚੌਪਈ ਅਸ ਸ਼੍ਰੀ ਪ੍ਰਭ ਨੇ ਤਪ ਬਹੁ ਠਾਨਾ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੇਅੰਤ ਤਪ ਕਰਨਾ ਕੀਤਾ। ਜਿਹ ਤਹ ਪਸਰਿਓ ਸੁਜਸ ਮਹਾਨਾ, ਜਿੱਥੇ ਕਿਥੇ ਸਤਿਗੁਰੂ ਮਹਾਰਾਜ ਜੀ ਦਾ ਬਹੁਤ ਜ਼ਿਆਦਾ ਜਸ ਫੈਲ ਗਿਆ। ਦੇਸ਼ ਵਿਦੇਸ਼ਨ ਘਰ ਘਰ ਮਾਹੀ, ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਘਰ ਘਰਾਂ ਦੇ ਵਿੱਚ ਪਿਆਰਿਓ ਮਹਾਰਾਜ ਜੀ ਦਾ ਜਸ ਹੋ ਰਿਹਾ ਹੈ। ਸ਼੍ਰੀ ਨਾਨਕ ਪ੍ਰਾਹੀ, ਘਰ ਘਰ ਦੇ ਵਿੱਚ ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਿਰਦਾਂਗਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਘਰ ਘਰ ਦੇ ਵਿੱਚ ਬੋਲਦੇ ਲੋਕੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਉਚਾਰਨ ਕਰੋ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਮਿਲ ਹੈ ਪਰਸਪਰ ਮਾਨਵ ਬ੍ਰਿੰਦਾ, ਬਹੁਤ ਸਾਰੇ ਆਪਸ ਦੇ ਵਿੱਚ ਲੋਕ ਮਿਲ ਕਰਕੇ ਆਵਹਿ ਦਰਸ਼ਨ ਹੇਤੁ ਮੁਕੰਦਾ। ਕਈ ਜਿਹੜੇ ਹਨ ਉਹਨਾਂ ਦੇ ਮਨ ਵਿੱਚ ਚਾਹ ਪੈਦਾ ਹੁੰਦਾ, ਜਦੋਂ ਗੁਰੂ ਘਰ ਦਾ ਜਸ ਸੁਣਦੇ ਉਹਨਾਂ ਦੇ ਮਨ ਵਿੱਚ ਚਾਹ ਪੈਦਾ ਹੁੰਦਾ, ਕਹਿੰਦੇ ਚਲੋ ਆਪਾਂ ਵੀ ਮਹਾਰਾਜ ਜੀ ਦੇ ਮੁਕਤੀ ਦਾਤੇ ਦੇ ਦਰਸ਼ਨ ਕਰੀਏ। ਕੀਤਿਕ ਦਰਸ ਕਰਹਿ ਕਰ ਜਾਹੀ, ਕਈ ਆ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ, ਕਈ ਦਰਸ਼ਨ ਕਰਕੇ ਘਰ ਨੂੰ ਜਾਂਦੇ। ਕੀਤਿਕ ਰਹਿ ਪ੍ਰਭੂ ਕੇ ਕਈ ਜਿਹੜੇ ਸਿੱਖ ਉਹ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੀ ਰਹਿੰਦੇ ਹਨ। ਭੀਰ ਭੂਰ ਪੀ ਪੁਰ ਕਰਤਾਰਾ, ਇਸ ਤਰ੍ਹਾਂ ਕਰਤਾਰਪੁਰ ਸਾਹਿਬ ਦੇ ਵਿੱਚ ਪਿਆਰਿਓ ਬਹੁਤ ਜ਼ਿਆਦੀ ਭੀੜ ਲੱਗ ਗਈ ਹੈ, ਲੋਕਾਂ ਦਾ ਬਹੁਤ ਜ਼ਿਆਦਾ ਜਮਾਵੜਾ ਹੋ ਰਿਹਾ। ਖਾਏ ਸਮੇਂ ਦੋਏ ਰੁਚਿਰ ਆਹਾਰਾ, ਕਈ ਜਿਹੜੇ ਪਿਆਰਿਓ ਮੇਰੇ ਵਰਗੇ ਜੋ ਵੇਲੜ ਸਨ ਨਾ, ਤੇ ਕੋਈ ਕੰਮ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਪਤਾ ਚੱਲ ਗਿਆ ਵੇਲਣਾ ਨੂੰ ਕਿ ਚਲੋ ਜੀ ਗੁਰੂ ਘਰ ਦੇ ਵਿੱਚ ਤਾਂ ਮੌਜਾਂ ਹੀ ਮੌਜਾਂ ਹੈ, ਉੱਥੇ ਕੀ ਕਰਨਾ ਭਾਈ, ਕੋਈ ਕਹਿਣ ਵਾਲਾ ਥੋੜੀ ਹੈ ਕਿ ਸੇਵਾ ਕਰੋ ਆ ਕਰੋ, ਤੇ ਉੱਥੇ ਤਾਂ ਲੰਗਰ ਦਾ 2 ਟਾਈਮ ਬਹੁਤ ਵਧੀਆ ਪੱਕਦਾ। ਕਈ ਜਿਹੜੇ ਪਿਆਰਿਓ ਸਿਰਫ ਪ੍ਰਸ਼ਾਦਾ ਛਕਣ ਵਾਸਤੇ ਜਿਹੜੇ ਵਿਹਲੜ ਸਨ, ਉਹਨਾਂ ਨੂੰ ਵੀ ਮੌਜਾਂ ਲੱਗ ਗਈਆਂ, ਤੇ ਉਹ ਵੀ ਆ ਗਏ, ਕਹਿੰਦੇ ਜੀ ਕੀ ਕਰਨਾ ਕੰਮ ਕਾਜ, ਇੱਥੇ ਰਵਾਂਗੇ ਗੁਰੂ ਘਰ ਦੇ ਵਿੱਚ ਵਧੀਆ ਵਧੀਆ ਪ੍ਰਸ਼ਾਦਾ ਸਵੇਰੇ ਛਕ ਲਵਾਂਗੇ, ਫਿਰ ਸ਼ਾਮ ਨੂੰ ਛਕ ਲਵਾਂਗੇ।
ਇਸ ਤਰ੍ਹਾਂ ਕਈ ਜਿਹੜੇ ਪ੍ਰਸ਼ਾਦ ਦੇ ਵਾਸਤੇ ਜਿਹੜੇ ਸਨ ਤੇ ਛਕਣ ਛਕਾਉਣ ਵਾਲੇ ਉਹ ਵੀ ਆ ਗਏ। ਹੋਏ ਅੰਨ ਕੀ ਟੋਟ ਨ ਕੋਈ, ਲੇਕਿਨ ਗੁਰੂ ਘਰ ਦੇ ਵਿੱਚ ਪਿਆਰਿਓ ਅੰਨ ਦੀ ਕੋਈ ਟੋਟਾ ਨਹੀਂ ਹੁੰਦਾ, ਕੋਈ ਕਮਤਰਤਾ ਨਹੀਂ ਹੈ। ਰਹਿ ਜੋ ਦੇਗ ਅਚੈ ਸਭ ਕੋਈ, ਜਿਹੜੀ ਵੀ ਦੇਗ ਰਹਿੰਦੀ ਨਾ ਸਾਰੇ ਆ ਕਰਕੇ ਉਹਨੂੰ ਛਕਦੇ। ਕੋਈ ਨਹੀਂ ਕਹਿੰਦਾ ਕਿ ਭਾਈ ਤੂੰ ਕੋਈ ਸੇਵਾ ਨਹੀਂ ਕਰਦਾ, ਤੂੰ ਵੇਲੜੀ ਹੈ। ਨਹੀਂ ਪਿਆ, ਮੌਜ ਲੱਗੀ ਹੋਈ ਹੈ। ਕਈ ਵੇਲੜ ਉਹ ਵੀ ਆ ਗਏ ਪ੍ਰਸ਼ਾਦਾ ਛਕਣ ਵਾਸਤੇ। ਦੋਹਰਾ ਦੇਸ਼ ਵਿਦੇਸ਼ਨ ਤੇ ਤਹਾਂ ਬਹੁ ਸੰਗਤ ਵੀ ਆ। ਇਸ ਤਰ੍ਹਾਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਬਹੁਤ ਸਾਰੀ ਸੰਗਤ ਜਿਹੜੀ ਹੈ ਚੱਲ ਚੱਲ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ ਪਹੁੰਚਦੀ। ਅਪਰਮਾਨ ਗਿਣਤੀ ਨਾ ਕੋ ਦਰਸ਼ਨ ਕਰ ਹਰ ਖਾਏ। ਅਪਰਮਾਨ ਭਾਵ ਕਿ ਉਹਨਾਂ ਦਾ ਆਪਾਂ ਪ੍ਰਮਾਣ ਨਹੀਂ ਕਹਿ ਸਕਦੇ ਆ। ਕੋਈ ਇਹ ਨਹੀਂ ਕਹਿ ਸਕਦੇ ਆ ਕਿ ਭਾਈ ਇੰਨੀ ਕੋ ਸੰਗਤ ਹੀ ਆਉਂਦੀ ਹੈ। ਨਹੀਂ ਪਿਆਰਿਓ, ਗਿਣਤੀਆਂ ਮਿਣਤੀਆਂ ਖਤਮ ਹੋ ਗਈਆਂ। ਅਣਗਿਣਤ ਸੰਗਤਾਂ ਜਿਹੜੀਆਂ ਹਨ ਤੇ ਸੰਗਤਾਂ ਦਾ ਤਾਂ ਮੇਲਾ ਲੱਗਿਆ ਹੋਇਆ ਹੁੰਦਾ ਹਰ ਵਾਰੀ। ਤੇ ਸੰਗਤਾਂ ਆਉਂਦੀਆਂ ਤੇ ਕਈ ਦਰਸ਼ਨ ਦਿਦਾਰੇ ਕਰਕੇ ਵਾਪਸ ਜਾ ਰਹੀਆਂ ਹਨ। ਸੋਪਈ ਇਸ ਬਿਦ ਕੇਤਿਕ ਬਰਖ ਬਿਤਾਏ। ਇਸ ਤਰ੍ਹਾਂ ਕਈ ਕੋ ਸਾਲ ਮਹਾਰਾਜ ਜੀ ਨੇ ਜਦੋਂ ਬਤੀਤ ਕਰਨੇ ਕੀਤੇ। ਨਾਮਦਾਨ ਇਸ਼ਨਾਨ ਦ੍ਰਿੜਾਏ। ਮਹਾਰਾਜ ਜੀ ਇਹੀ ਸਿੱਖਿਆ ਦਿੰਦੇ ਕਿ ਭਾਈ ਗੁਰੂ ਘਰ ਦੇ ਵਿੱਚ ਆਏ ਹੋ, ਨਾਮ ਜਪਣਾ ਕਰੋ, ਦਾਨ ਕਰਨਾ ਕਰੋ ਤੇ ਇਸ਼ਨਾਨ ਤਨ ਦੀ ਪਵਿੱਤਰਤਾ ਵੀ ਰੱਖਣਾ ਕਰੋ। ਜਹ ਤਹ ਕੀਰਤਨ ਕੀ ਤੁਨ ਹੋਤੀ। ਜਿੱਥੇ ਕਿਥੇ ਕੀਰਤਨ ਦੀ ਧੁਨੀ ਜਿਹੜੀ ਹੈ ਲੱਗ ਰਹੀ ਹੈ। ਕੋਈ ਦਰਖਤ ਦੇ ਹੇਠ ਬੈਠ ਕਰਕੇ ਗੁਰੂ ਕੇ ਪਿਆਰੇ ਕੀਰਤਨ ਕਰਦੇ ਹਨ। ਕੋਈ ਜਿਹੜਾ ਹੈ ਤੁਰ ਫਿਰ ਕਰਕੇ ਜਦੋਂ ਬੈਠ ਕਰਕੇ ਥੱਕ ਜਾਂਦੇ ਤੇ ਫਿਰ ਸ਼ਬਦ ਚੌਂਕੀ ਦੀ ਉਹਨਾਂ ਨੇ ਆਰੰਭਤਾ ਕਰਨੀ ਕੀਤੀ ਹੈ। ਸੰਗਤਾਂ ਦਾ ਜਥਾ ਜਿਹੜਾ ਹੈ ਫਿਰ ਤੁਰ ਫਿਰ ਕਰਕੇ ਉਹ ਕੀਰਤਨ ਆਦਿਕ ਕਰਿਆ ਕਰਦੇ। ਸੁਮਤ ਭਗਤ ਮੈਂ ਅਧਿਕ ਉਦੋਤੀ। ਸੁਮਤ ਸ਼੍ਰੇਸ਼ਟ ਮਤ ਦੇ ਵਿੱਚ, ਭਗਤੀ ਦੇ ਵਿੱਚ ਜੋ ਕੀਰਤਨ ਜਿਹੜਾ ਬਹੁਤ ਜ਼ਿਆਦਾ ਪ੍ਰਗਾੜ ਹੈ। ਸ਼੍ਰੇਸ਼ਟ ਮਤ ਨੂੰ ਤੇ ਭਗਤੀ ਨੂੰ ਦੇਣ ਵਾਲਾ ਕੀਰਤਨ ਜਿਹੜਾ ਹੈ ਆਮ ਸੰਗਤਾਂ ਮਿਲ ਕਰਕੇ ਕਰਦੀਆਂ। ਜੈ ਜੈਕਾਰ ਕਰਹਿ ਚਹੁ ਫੇਰੇ। ਚਹੁ ਫੇਰੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਜੈ ਜੈਕਾਰਾ ਹੋ ਰਿਹਾ ਹੈ। ਕੋਈ ਸ਼ਬਦ ਅਭਿਆਸ ਘਨੇਰੇ। ਕਈ ਜਿਹੜੇ ਅਭਿਆਸੀ ਜਿਹੜੇ ਹਨ ਉਹਨਾਂ ਨੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਬਹੁਤ ਜ਼ਿਆਦਾ ਨਾਮ ਬਾਣੀ ਦਾ ਅਭਿਆਸ ਕਰਨਾ ਕੀਤਾ। ਹੁਣ ਸਿੱਖੀ ਪਰਖਨ ਮਨ ਠਾਨੀ। ਜਦੋਂ ਬਹੁਤ ਸਾਰੀਆਂ ਸੰਗਤਾਂ ਆ ਗਈਆਂ ਤੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇੱਕ ਨਵਾਂ ਚੋਜ ਵਰਤਾਉਣਾ ਕੀਤਾ। ਹੁਣ ਪਿਆਰਿਓ ਇਹ ਜਿਹੜੇ ਪ੍ਰਸੰਗ ਚੱਲ ਰਹੇ ਨਾ 2-4 ਦਿਨ ਪਹਿਲਾਂ ਤੋਂ ਲੈ ਕਰਕੇ ਹੁਣ ਇਹਨਾਂ ਪ੍ਰਸੰਗਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮਹਾਰਾਜ ਜੀ ਨੇ ਸਿਰਫ ਚੋਜ ਵਰਤਾਏ ਹਨ। ਇਹੋ ਜਿਹੀਆਂ ਲੀਲਾਵਾਂ ਕਰਨੀਆਂ ਕੀਤੀਆਂ ਕਿਉਂਕਿ ਸਤਿਗੁਰੂ ਮਹਾਰਾਜ ਸਿੱਖੀ ਨੂੰ ਤੇ ਸਿੱਖਾਂ ਨੂੰ ਪਰਖਣਾ ਚਾਹੁੰਦੇ ਸਨ। ਤੇ ਜਦੋਂ ਤੱਕ ਤੁਸੀਂ ਚੋਜ ਨਾ ਕਰਨਾ ਕਰੋ ਉਦੋਂ ਤੱਕ ਆਪਾਂ ਪਰਖ ਨਹੀਂ ਕਰ ਸਕਦੇ ਆ। ਸਿੱਖੀ ਦੀ ਪਰਖ ਕਰਨ ਵਾਸਤੇ, ਸਿੱਖਾਂ ਨੂੰ ਮਜ਼ਬੂਤੀ ਦੇਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਤਰ੍ਹਾਂ ਤਰ੍ਹਾਂ ਦੇ ਚੋਜ ਕਰਨੇ ਕੀਤੇ। ਹੁਣ ਹਰ ਪ੍ਰਸੰਗ ਦੇ ਵਿੱਚ ਨਿਤ ਨਵਾਂ ਚੋਜ ਜਿਹੜਾ ਆਪ ਜੀ ਨੂੰ ਨਜ਼ਰ ਆਵੇਗਾ। ਸੁਨੋ ਕਥਾ ਜਿਉ ਕੀਏ ਗੁਣ ਖਾਨੀ। ਕਬੀਰ ਜੀ ਕਹਿੰਦੇ ਕਿ ਹੇ ਸ਼ਰੋਤਾਗਣੋ, ਕੰਨ ਦੇ ਕਰਕੇ ਇਹ ਅੱਗੇ ਆਉਣ ਵਾਲੀ ਕਥਾ ਕਿ ਸਤਿਗੁਰੂ ਮਹਾਰਾਜ ਜੀ ਨੇ ਕਿਸ ਤਰ੍ਹਾਂ ਸਿੱਖਾਂ ਦੇ ਉੱਤੇ ਪਰਚਾ ਪਾਉਣਾ ਕੀਤਾ ਤੇ ਪਰਚਾ ਪਾ ਕਰਕੇ ਕਿਹੜੇ ਕਿਹੜੇ ਸਿੱਖ ਇਹਦੇ ਵਿੱਚ ਪਾਸ ਹੋਏ ਹਨ। ਇਹ ਪਾਵਨ ਕਥਾ ਆਉਣ ਵਾਲੀ, ਇਹਨੂੰ ਆਪ ਜੀ ਸ਼ਰਧਾ ਭਾਵਨਾ ਦੇ ਨਾਲ ਸੁਣਨਾ ਕਰੋ। ਬਰਜ ਦੀਨ ਕਹਿ ਕਰ ਨਰ ਸੂਈ। ਸਤਿਗੁਰੂ ਮਹਾਰਾਜ ਜੀ ਨੇ ਫਿਰ ਇੱਕਦਮ ਆਪਣਾ ਰੁਖ ਜਿਹੜਾ ਬਦਲ ਦਿੱਤਾ। ਮਹਾਰਾਜ ਜੀ ਨੇ ਫਿਰ ਆਮ ਜੋ ਲੋਕ ਸਨ ਉਹਨਾਂ ਨੂੰ ਕਹਿ ਕਰਕੇ ਰੋਕ ਲਾ ਦਿੱਤੀ। ਏਕ ਸਮੇਂ ਨਿਸ ਦਿਨ ਮਹਿ ਹੋਈ। ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਲਾਂਗਰੀ ਸਿੱਖਾਂ ਨੂੰ ਕਿ ਭਾਈ ਲਾਂਗਰੀ ਸਿੱਖਾ, ਅੱਜ ਤੋਂ ਬਾਅਦ ਗੁਰੂ ਘਰ ਦੇ ਵਿੱਚ ਸਿਰਫ ਇੱਕ ਡੰਗ ਦਾ ਹੀ ਪ੍ਰਸ਼ਾਦਾ ਤਿਆਰ ਹੋਵੇਗਾ, ਉਹ ਵੀ ਸ਼ਾਮਾਂ ਦਾ। ਸ਼ਾਮ ਦਾ ਹੀ ਪ੍ਰਸ਼ਾਦਾ ਤਿਆਰ ਹੋਵੇਗਾ ਤੇ ਦਿਨ ਦਾ ਪ੍ਰਸ਼ਾਦਾ ਤਿਆਰ ਨਾ ਕਰਨਾ ਕਰੋ। ਇਹ ਸਤਿਗੁਰੂ ਮਹਾਰਾਜ ਜੀ ਦੀ ਪਿਆਰਿਓ ਲੀਲਾ ਹੈ। ਇਹ ਨਾ ਸਮਝ ਲਿਓ ਕਿ ਮਹਾਰਾਜ ਜੀ ਨੇ ਲੰਗਰ ਨੂੰ ਬੰਦ ਕੀਤਾ। ਨਹੀਂ ਪਿਆਰਿਓ, ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ ਸੀ ਨਾ ਕਿ ਕਈ ਜਿਹੜੇ ਹਨ ਪਿਆਰਿਓ ਉਹਨਾਂ ਨੂੰ ਗੁਰੂ ਘਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਸੱਚ ਜਾਣੋ ਪਿਆਰਿਓ, ਮਾਫ ਕਰੋ, ਲੇਕਿਨ ਹੈ ਇਹ ਸੱਚ ਗੱਲ ਹੈ। ਕਈ ਜਿਹੜੇ ਹਨ ਅਣਮਤੀਏ ਹਨ, ਕਈ ਭਿਖਾਰੀ ਗੌਰ ਗਰਬਾ ਆਦਿਕ
ਉਹਨਾਂ ਨੂੰ ਗੁਰੂ ਘਰ ਦੇ ਨਾਲ, ਗੁਰਬਾਣੀ ਦੇ ਨਾਲ, ਕਥਾ ਕੀਰਤਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹਨਾਂ ਨੂੰ ਤਾਂ ਸਿਰਫ ਲੰਗਰ ਦਾ ਹੀ ਪਤਾ ਹੁੰਦਾ ਹੈ ਬਸ। ਕਈ ਸਾਲ ਗੁਰੂ ਘਰ ਦੇ ਵਿੱਚ ਲੰਗਰ ਛਕਦਿਆਂ ਛਕਦਿਆਂ ਉਹਨਾਂ ਨੂੰ ਬਤੀਤ ਹੋ ਗਿਆ, ਲੇਕਿਨ ਭੁੱਲ ਕਰਕੇ ਗੁਰੂ ਘਰ ਵਿੱਚ ਆ ਕਰਕੇ ਮੱਥਾ ਨਹੀਂ ਟੇਕਦੇ ਤੇ ਕਦੇ ਫਿਰ ਗੁਰੂ ਘਰ ਦੇ ਵਿੱਚ ਬੈਠ ਕਰਕੇ ਪਾਠ ਨਹੀਂ ਕਰਦੇ ਹਨ। ਸਿਰਫ ਜਦੋਂ ਲੰਗਰ ਖੁੱਲ ਗਿਆ ਕਈ ਤਾਂ ਪਿਆਰਿਓ ਇਸ਼ਨਾਨ ਵੀ ਨਹੀਂ ਕਰਦੇ, ਮੂੰਹ ਹੱਥ ਵੀ ਨਹੀਂ ਧੋਂਦੇ, ਬਸ ਉੱਠ ਗਏ, ਆ ਗਏ, ਲੰਗਰ ਦੇ ਵਿੱਚ ਛਕ ਲਿਆ। ਤੇ ਲੰਗਰ ਦੇ ਵਿੱਚ ਵੀ ਫਿਰ ਉਹਨਾਂ ਦਾ ਬੜਾ ਰੋਬ ਹੁੰਦਾ ਤੇ ਉਹਨਾਂ ਨੂੰ ਫਿਰ ਸਬਜ਼ੀ ਵੀ ਜਿਹੜੀ ਹੈ ਕੋਈ ਭਾਈ ਵਰਤਾਉਣ ਵਾਲਾ ਗਾੜੀ ਦੇ ਦੇਵੇ, ਕਹਿੰਦੇ ਉਹ ਨਹੀਂ ਜੀ ਪਤਲੀ ਚਾਹੀਦੀ ਹੈ, ਫਿਰ ਕਹਿੰਦੇ ਜੀ ਆ ਚਾਹੀਦਾ, ਤੇ ਆਪਣੇ ਘਰੋਂ ਫਿਰ ਕੋਈ ਅਚਾਰ ਲੈ ਕੇ ਆਉਂਦਾ, ਕੋਈ ਸਲਾਦ ਬਣਾ ਕਰਕੇ, ਸਭ ਆਪਣਾ ਪੂਰਾ ਮਾਲ ਮੱਤਾ ਲੈ ਕੇ ਆ ਜਾਂਦੇ। ਤੇ ਉੱਥੇ ਵੀ ਪਿਆਰਿਓ ਇਹ ਗੱਲ ਸੱਚ ਹੈ, ਇਹ ਕਈ ਵਾਰੀ ਆਪਨੇ ਵੀ ਵੇਖਿਆ ਹੋਵੇਗਾ, ਆ ਕਰਕੇ ਵੀ ਇੱਥੇ ਫਿਰ ਰੋਟੀਆਂ ਜੇ ਪ੍ਰਸ਼ਾਦਾ ਕੱਚਾ ਰਹਿ ਗਿਆ ਉਹਨੂੰ ਸੁੱਟ ਦੇਣਾ, ਮਸਤੀ ਦੇ ਵਿੱਚ ਆ ਕਰਕੇ ਪ੍ਰਸ਼ਾਦਾ ਛਕਣਾ, ਲੇਕਿਨ ਗੁਰੂ ਘਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਤੇ ਜੋ ਮਰਜ਼ੀ ਹੋ ਜਾਵੇ ਕਹਿੰਦੇ ਜੀ ਸਾਨੂੰ ਕੀ ਲੈਣਾ ਦੇਣਾ, ਬਸ ਇਹੀ ਪਹਾੜ ਦੇ ਵਿੱਚ ਰਹਿੰਦੇ ਕਿ ਕੀ ਬਣਿਆ ਜੀ, ਕੋਈ ਕਹਿ ਦੇਵੇ ਜੀ ਮਹਾਕਾਲ, ਇਹ ਤਾਂ ਉਹਨਾਂ ਦੀ ਪੂਰੀ CID ਵੀ ਛੱਡੀ ਹੋਈ ਹੁੰਦੀ ਹੈ। ਉਸੇ ਵੇਲੇ ਪਤਾ ਨਹੀਂ ਕਿੱਥੋਂ ਪਤਾ ਵੀ ਚੱਲ ਜਾਂਦਾ, ਅੱਜ ਹੀ ਉੱਥੇ ਹੈ, ਉੱਥੇ ਪਹਿਲਾਂ ਜਦੋਂ ਲੰਗਰ ਖੁੱਲਦਾ ਸਭ ਤੋਂ ਪਹਿਲੇ ਉਹਨਾਂ ਦੇ ਦਰਸ਼ਨ ਹੁੰਦੇ। ਤੇ ਪਤਾ ਨਹੀਂ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ, ਇਹੋ ਜੀ CID ਰੱਖਦੇ ਹਨ ਹਰ ਪਾਸੇ। ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਗੁਰੂ ਘਰ ਦੇ ਨਾਲ ਕੋਈ ਪ੍ਰੇਮ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ, ਕੋਈ ਪਿਆਰਿਓ ਇਹ ਭਲਾ ਵੀ ਨਹੀਂ ਰੱਖਦੇ ਹਨ ਕਿ ਅਸੀਂ ਗੁਰੂ ਘਰ ਦਾ ਛਕਦੇ ਹਾਂ। ਨਹੀਂ ਪਿਆਰਿਓ, ਇਹ ਮਰਿਆਦਾ ਨਹੀਂ ਹੈ। ਮਹਾਂਪੁਰਖ ਕਿਹਾ ਕਰਦੇ ਸਨ ਕਿ ਭਾਈ ਜੇ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਛਕਣਾ ਤੇ ਘੱਟ ਤੋਂ ਘੱਟ ਥੋੜੀ ਸੇਵਾ ਕਰ ਲੈਣੀ ਚਾਹੀਦੀ ਹੈ, ਜੇ ਨਹੀਂ ਤਾਂ ਫਿਰ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਛਕਿਆ 10-15 ਮਿੰਟ ਬੈਠ ਕਰਕੇ ਪਰਮਾਤਮਾ ਦਾ ਗੁਰਮੰਤਰ ਦਾ, ਮੂਲ ਮੰਤਰ ਦਾ ਸਿਮਰਨ ਕਰ ਲੈਣਾ, ਨਹੀਂ ਤਾਂ ਘੱਟ ਤੋਂ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ। ਇਹ ਪਿਆਰਿਓ ਮਹਾਂਪੁਰਖਾਂ ਨੇ ਦੱਸੀ ਹੋਈ ਇਹ ਪਾਵਨ ਮਰਿਆਦਾ ਹੈ, ਲੇਕਿਨ ਕਈਆਂ ਨੂੰ ਕੋਈ ਫਿਕਰ ਨਹੀਂ ਹੁੰਦੀ ਹੈ, ਸਿਰਫ ਉਹਨਾਂ ਨੂੰ ਲੰਗਰ ਪ੍ਰਸ਼ਾਦ ਦੇ ਨਾਲ ਹੀ ਲੈਣਾ ਦੇਣਾ ਹੁੰਦਾ ਹੈ। ਤੇ ਇਸ ਤਰ੍ਹਾਂ ਕਈ ਜਿਹੜੇ ਹਨ ਭੇਖੀ ਬੰਦੇ, ਜਿਹੜੇ ਵੇਲੜ ਜਿਹੜੇ, ਤੇ ਉਹ ਵੀ ਗੁਰੂ ਘਰ ਦੇ ਵਿੱਚ ਆ ਗਏ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਕੀਰਤਨ ਹੋ ਰਿਹਾ ਹੈ, ਚਲੋ ਜੀ ਆਪਾਂ ਕੀਰਤਨ ਸਰਵਣ ਕਰਨਾ ਕਰੀਏ, ਚਲੋ ਜੀ ਗੁਰੂ ਘਰ ਦੇ ਵਿੱਚ ਸੇਵਾ ਹੋ ਰਹੀ ਹੈ, ਚਲੋ ਆਪਾਂ ਵੀ ਸੇਵਾ ਵਿੱਚ ਹੱਥ ਵਟਾਈਏ। ਕੋਈ ਸੇਵਾ ਨਹੀਂ ਕਰਨਾ, ਕੋਈ ਸਿਮਰਨ ਨਹੀਂ ਕਰਨਾ, ਬਸ ਜਦੋਂ ਲੰਗਰ ਖੁੱਲ ਗਿਆ ਸਿੱਧਾ ਸਭ ਤੋਂ ਪਹਿਲੇ ਧੱਕੇ ਮਾਰ ਕੇ ਅੱਗੇ ਜਾਣਾ, ਸਭ ਤੋਂ ਪਹਿਲੇ ਸ਼ੱਕ ਕਰਕੇ ਬਾਹਰ ਨਿਕਲਣਾ। ਹੁਣ ਮਹਾਰਾਜ ਜੀ ਨੇ ਪਿਆਰਿਓ ਪਰਖ ਦਾ ਪਰਚਾ ਪਾ ਦਿੱਤਾ ਹੈ। ਮਹਾਰਾਜ ਜੀ ਨੇ ਲਾਂਗਰੀਆਂ ਨੂੰ ਕਹਿ ਦਿੱਤਾ ਕਿ ਸਿੱਖੋ, ਇੱਕ ਟਾਈਮ ਦਾ ਹੀ ਪ੍ਰਸ਼ਾਦਾ ਤਿਆਰ ਹੋਵੇਗਾ ਗੁਰੂ ਘਰ ਦੇ ਵਿੱਚ। ਸਭ ਸਿੱਖਨ ਸੋ ਬਚਨ ਉਚਾਰਾ, ਸਾਰੇ ਸਿੱਖਾਂ ਦੇ ਤਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ। ਅਬ ਲਾਂਗਲ ਬਾਹੂ ਸੁਖਕਾਰਾ, ਸਤਿਗੁਰੂ ਮਹਾਰਾਜ ਜੀ ਨੇ ਫਿਰ ਕਿਹਾ, ਕਿਉਂਕਿ ਇਹ ਮਹਾਰਾਜ ਜੀ ਦੀ ਪਿਆਰਿਓ ਪਰੀਖਿਆ ਹੈ, ਇਹ ਸਤਿਗੁਰੂ ਮਹਾਰਾਜ ਪਰਖ ਕਰ ਰਹੇ ਹਨ। ਜਿਹੜੇ ਮੇਰੇ ਵਰਗੇ ਕੱਚੇ ਪਿੱਲੇ, ਉਹਨਾਂ ਨੇ ਤਾਂ ਪਰਖ ਦੇ ਵਿੱਚ ਸਭ ਤੋਂ ਪਹਿਲੇ ਦੌੜ ਜਾਣਾ ਹੈ, ਤੇ ਉਹਨਾਂ ਨੂੰ ਜਿਹੜੇ ਕੱਚੇ ਪਿੱਲਿਆਂ ਦਾ ਫਾਇਦਾ ਵੀ ਪਿਆਰਿਓ ਕੁਛ ਵੀ ਨਹੀਂ ਹੈ, ਭਾਵੇਂ ਕਿ ਉਹ ਤਾਂ ਸਿਰਫ ਗਿਣਤੀ ਵਧਾਉਂਦੇ ਹਨ ਔਰ ਕੋਈ ਉਹਨਾਂ ਤੋਂ ਕੰਮ ਨਹੀਂ ਹੋ ਸਕਦਾ। ਮਹਾਰਾਜ ਜੀ ਨੇ ਫਿਰ ਸਾਰਿਆਂ ਨੂੰ ਕਹਿ ਦਿੱਤਾ ਕਿ ਸਿੱਖੋ, ਕੋਈ ਕੀਰਤਨ ਨਹੀਂ, ਕੋਈ ਨਾਮ ਸਿਮਰਨ ਨਹੀਂ, ਚਲੋ ਸਾਰੇ ਤੁਸੀਂ ਚਲੋ ਆਪਾਂ ਖੇਤਾਂ ਦੇ ਵਿੱਚ ਚੱਲੀਏ, ਉੱਥੇ ਜਾ ਕਰਕੇ ਨਾਂਗੁਲ ਜਿਹੜਾ ਹੈ ਭਾਵ ਕਿ ਹਲ ਵਾਉਣਾ ਕਰੋ, ਖੇਤੀ ਕਰਨਾ ਕਰੋ। ਕ੍ਰਿਖੀ ਕਾਰ ਕਰੀਏ ਮਨ ਲਾਈ, ਮਨ ਲਾ ਕਰਕੇ ਖੇਤੀ ਦਾ ਕੰਮ ਕਰਨਾ ਕਰੋ, ਇਹੀ ਤੁਹਾਡੇ ਵਾਸਤੇ ਸੇਵਾ ਹੈ ਤੇ ਇਹੀ ਤੁਹਾਡੇ ਵਾਸਤੇ ਸਿਮਰਨ ਹੈ। ਨਿਤ ਉਜਲ ਹੈ ਬੁੱਧ ਸਵਾਈ, ਕਈ ਮੇਰੇ ਵਰਗੇ ਪਿਆਰਿਓ ਤਰਕਵਾਦੀ ਉਹਨਾਂ ਨੇ ਪੁੱਛ ਵੀ ਲਿਆ, ਕਿਹਾ ਕਿ ਸਤਿਗੁਰੂ ਮਹਾਰਾਜ ਖੇਤੀ ਤਾਂ ਅਸੀਂ ਵੀ ਕਰਦੇ ਹਾਂ, ਇੱਥੇ ਖੇਤੀ ਕਰਨ ਦਾ ਕੀ ਫਿਰ ਗੱਲ ਹੈ, ਵਿਸ਼ੇਸ਼ਤਾ ਹੀ ਕੀ ਹੈ? ਜੇ ਖੇਤੀ ਕਰਨੀ ਤਾਂ ਤੁਹਾਡੇ ਕੋਲ ਥੋੜੀ ਆਈਦਾ ਮਹਾਰਾਜ, ਅਸੀਂ ਆਪਣੇ ਘਰ ਦੇ ਵਿੱਚ ਵੀ ਖੇਤੀ ਕਰ ਸਕਦੇ ਹਾਂ, ਘਰ ਦੇ ਵਿੱਚ ਵੀ ਬਹੁਤ ਸਾਰੀ ਖੇਤੀ ਪਈ ਹੋਈ ਹੈ। ਉਹਨਾਂ ਨੇ ਜਦੋਂ ਪੁੱਛਿਆ ਮਹਾਰਾਜ ਇਹਦੇ ਨਾਲ ਲਾਭ ਕੀ ਪ੍ਰਾਪਤ ਹੋਵੇਗਾ, ਮਹਾਰਾਜ ਜੀ ਨੇ ਕਿਹਾ ਖੇਤੀ ਕਰਨਾ ਕਰੋ ਗੁਰੂ ਘਰ ਦੇ ਵਿੱਚ, ਇਹ ਤੁਹਾਡੀ ਸੇਵਾ ਬਣੇਗੀ, ਇਹਦੇ ਨਾਲ ਤੁਹਾਡੀ ਮਤ ਜਿਹੜੀ ਹੈ, ਬੁੱਧੀ ਜਿਹੜੀ ਹੈ, ਇਹ ਉਜਲੀ ਹੋਵੇਗੀ। ਸਭ ਕੋ ਲੀਨ ਸੰਗਾਰੇ, ਇਸ ਤਰ੍ਹਾਂ ਕਹਿ ਕਰਕੇ ਲੋਕ ਵੀ ਬੜੇ ਦੰਗ ਹੋ ਗਏ। ਕਦੇ ਇਹ ਤਾਂ ਸੁਣਿਆ
ਕਿ ਭਾਈ ਨਾਮ ਜਪੋ, ਮਤ ਜਿਹੜੀ ਹੈ ਸ੍ਰੇਸ਼ਟ ਹੁੰਦੀ ਹੈ। ਲੰਗਰ ਦੇ ਵਿੱਚ ਸੇਵਾ ਕਰੋ, ਮਤ ਸ੍ਰੇਸ਼ਟ ਹੁੰਦੀ ਹੈ। ਲੇਕਿਨ ਮਹਾਰਾਜ ਨੇ ਤਾਂ ਨਵੀਂ ਗੱਲ ਛੇੜ ਦਿੱਤੀ। ਮਹਾਰਾਜ ਨੇ ਕਿਹਾ ਖੇਤੀ ਕਰੋ, ਹਲ ਵਾਓ, ਤੁਹਾਡਾ ਮਤ ਜਿਹੜੀ ਹੈ ਨਿਰਮਲ ਹੋ ਜਾਵੇਗੀ। ਫਿਰ ਵੀ ਪਿਆਰਿਓ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੋ ਤੁਰੇ। ਸੇਵ ਕਰਾਵਹਿ ਬਾਸੁਰ ਸਾਰੇ। ਸਤਿਗੁਰੂ ਮਹਾਰਾਜ ਜੀ ਨੇ ਹੁਣ ਆਪ ਕਮਰ ਕੱਸਾ ਕੱਸਣਾ ਕੀਤਾ, ਆਪ ਡੰਡਾ ਹੱਥ ਵਿੱਚ ਮਹਾਰਾਜ ਜੀ ਨੇ ਫੜਿਆ। ਸਾਰਾ ਦਿਨ ਪਿਆਰਿਓ ਜੋ ਸਵੇਰ ਤੋਂ ਲੈ ਕਰਕੇ 6 ਵਜੇ ਤੋਂ ਲੈ ਕਰਕੇ ਸ਼ਾਮ ਦੇ 6-7 ਵਜੇ ਤੱਕ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਤੋਂ ਖੇਤੀ ਦੀ ਕਾਰ ਕਰਾਉਣੀ ਕੀਤੀ। ਜਬ ਦੇਖੀ ਸਿੱਖਨ ਅਸ ਚਾਲੇ। ਜਦੋਂ ਸਿੱਖਾਂ ਨੇ ਪਿਆਰਿਓ ਮਹਾਰਾਜ ਜੀ ਦੀ ਇਹੋ ਜੀ ਚਾਲ ਜਦੋਂ ਵੇਖਿਆ, ਉਹਨਾਂ ਨੇ ਚਲੇ ਤਬੈ ਨਿਜ ਸਦਨ ਸੰਭਾਲੇ। ਕਈਆਂ ਨੇ ਪਿਆਰਿਓ ਫਿਰ ਕਹਿਣਾ ਸ਼ੁਰੂ ਕਰ ਦਿੱਤਾ, ਖੁਸਰ ਫੁਸਰ ਜਿਹੜੀ ਹੈ ਸ਼ੁਰੂ ਹੋ ਗਈ। ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਲੱਗਦਾ ਭਈ ਸਤਿਗੁਰੂ ਮਹਾਰਾਜ ਜੀ ਨੂੰ ਕੀ ਹੋ ਗਿਆ, ਪਤਾ ਨਹੀਂ ਹੈ, ਕੋਈ ਨੁਕਸ ਤਾਂ ਨਹੀਂ ਪੈ ਗਿਆ। ਪਹਿਲੇ ਤਾਂ ਕਹਿੰਦੇ ਸੀ ਕਿ ਸਿੱਖੋ ਨਾਮ ਜਪੋ, ਕੀਰਤਨ ਕਰਨਾ ਕਰੋ, ਲੇਕਿਨ ਹੁਣ ਕਹਿੰਦੇ ਕੋਈ ਨਾਮ ਨਹੀਂ, ਕੋਈ ਕੀਰਤਨ ਨਹੀਂ, ਖੇਤੀ ਕਰਨਾ ਕਰੋ। ਖੇਤੀ ਦੇ ਵਿੱਚ ਸਾਨੂੰ ਲਾ ਲਾ ਕਰਕੇ ਮਾਰ ਦਿੰਦੇ ਹਨ। ਪਹਿਲੇ ਤਾਂ ਵਧੀਆ 2 ਟਾਈਮ ਪ੍ਰਸ਼ਾਦਾ ਮਿਲਦਾ ਸੀ, ਅਸੀਂ ਰੱਜ ਰੱਜ ਕੇ ਛਕਦੇ ਸੀ ਤੇ ਬੈਠ ਕਰਕੇ ਥੋੜਾ ਵਾਹਿਗੁਰੂ ਗੁਰੂ ਗੁਰੂ ਜਪ ਵੀ ਲੈਂਦੇ, ਜਾਂ ਅਸੀਂ ਵੇਲੜ ਵੀ ਰਹਿੰਦੇ, ਸਾਨੂੰ ਕੋਈ ਪੁੱਛਦਾ ਨਹੀਂ। ਲੇਕਿਨ ਹੁਣ ਮਹਾਰਾਜ ਜੀ ਨੇ ਕਹਿ ਦਿੱਤਾ ਭਾਈ ਕੋਈ ਪ੍ਰਸ਼ਾਦ ਵੀ ਤੁਹਾਨੂੰ 1 ਡੰਗ ਦਾ ਮਿਲੇਗਾ, ਤੇ ਸਾਰਾ ਦਿਨ ਜਿਹੜਾ ਮਿਹਨਤਾਨਾ ਕਰਨਾ, ਖੇਤੀ ਕਰਨੀ ਹੈ। ਉਹਨਾਂ ਨੇ ਜਿਹੜੇ ਪਿਆਰਿਓ ਜਿਹੜੇ ਕੱਚੇ ਪਿੱਲੇ ਜਿਹੜੇ ਸਨ, ਤੇ ਉਹਨਾਂ ਨੇ ਫਿਰ ਦੌੜਨਾ ਸ਼ੁਰੂ ਕਰ ਦਿੱਤਾ, ਭਾਵ ਕਿ ਹੌਲੀ ਹੌਲੀ ਖਿਸਕਣਾ ਸ਼ੁਰੂ ਕਰ ਦਿੱਤਾ। ਖੇਤਿਕ ਚਤਰ 5 ਦਿਨ ਰਹੇ। ਕਈ ਤਾਂ ਪਿਆਰਿਓ ਕਹਿੰਦੇ ਸੀ ਨਾ ਜਦੋਂ ਆਏ ਕਿ ਮਹਾਰਾਜ ਜੀ ਦੇ ਕੋਲ ਰਹਿ ਕਰਕੇ ਚਲੀਹਾ ਕੱਟਣਾ ਜੀ। ਕੋਈ ਕਹਿੰਦਾ ਜੀ ਮੈਂ 6 ਮਹੀਨੇ ਦੀ ਸੇਵਾ ਲਾਈ ਹੈ, ਕੋਈ ਕਹਿੰਦਾ ਜੀ ਮੈਨੇ ਮਹਾਰਾਜ ਜੀ ਨੂੰ ਆਪਣਾ ਜਨਮ ਹੀ ਸੌਂਪ ਦਿੱਤਾ। ਲੇਕਿਨ ਮਹਾਰਾਜ ਜੀ ਨੇ ਜਦੋਂ ਇਹ ਕਰੜੀ ਸੇਵਾ ਲਾਈ ਤੇ ਉਹ ਇਹਨਾਂ ਦੇ ਵਿੱਚੋਂ ਕੋਈ 2 ਦਿਨ ਦੇ ਪਿੱਛੋਂ ਭੱਜ ਰਿਹਾ, ਕੋਈ 4 ਦਿਨ ਤੋਂ ਪਿੱਛੇ, ਤੇ ਮਹਾਰਾਜ ਜਦੋਂ ਦੂਜੇ ਪਾਸੇ ਵੇਖਦੇ ਤੁਰੰਤ ਉੱਥੋਂ ਦੌੜ ਜਾਂਦੇ, ਵਾਪਸ ਹੀ ਨਹੀਂ ਆਉਂਦੇ। 4-5 ਦਿਨ ਤੋਂ ਬਾਅਦ ਸਾਰੇ ਦੌੜ ਗਏ, ਭੱਜ ਗਏ। ਕਰੀ ਕ੍ਰਿਤ ਕਸ਼ ਭੂਖੈ ਦਹੇ। ਤੇ ਫਿਰ ਖੇਤੀ ਕਰਦੇ ਹਨ। ਕਈ ਜਿਹੜੇ ਮਰਜੀਵੜੇ ਸਿੱਖ ਸਨ, ਉਹਨਾਂ ਨੇ ਸਤਿਗੁਰੂ ਜੀ ਮਹਾਰਾਜ ਜੀ ਦਾ ਭਾਣਾ ਮਿੱਠਾ ਕਰਕੇ ਮੰਨਣਾ ਕੀਤਾ। ਇਹ ਨਹੀਂ ਹੈ ਕਿ ਪਿਆਰਿਓ ਸਾਰੇ ਮੇਰੇ ਵਰਗੇ ਕੱਚੇ ਹੀ ਹੋਣਗੇ, ਕੱਚੇ ਤਾਂ ਦੌੜ ਗਏ ਹਨ, ਲੇਕਿਨ ਕਈ ਜਿਹੜੇ ਪੱਕੇ ਸਨ, ਸੱਚੇ ਸਨ, ਉਹਨਾਂ ਨੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਅਣਥੱਕ ਸੇਵਾ ਕਰਨੀ ਕੀਤੀ, ਤੇ 1 ਡੰਗ ਦਾ ਹੀ ਪ੍ਰਸ਼ਾਦਾ ਗੁਰੂ ਘਰ ਦੇ ਵਿੱਚੋਂ ਉਹ ਪ੍ਰਾਪਤ ਕਰਿਆ ਕਰਦੇ ਸਨ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਇਹ ਤਾਂ ਪਿਆਰਿਓ ਹਾਲੇ ਤਾਂ ਚੋਜਾਂ ਦੀ ਆਰੰਭਤਾ ਹੋਈ ਹੈ। ਹੁਣ ਮਹਾਰਾਜ ਜੀ ਨੇ ਪਤਾ ਨਹੀਂ ਕਿਹੋ ਜਿਹੀਆਂ ਚੋਜਾਂ ਵਰਤਨੀਆਂ। ਇਸ ਤਰ੍ਹਾਂ ਦੇ ਸਤਿਗੁਰੂ ਮਹਾਰਾਜ ਜੀ ਨੇ ਪਰਚੇ ਪਾਉਣੇ, ਅਖੀਰ ਨੂੰ ਸਾਰਿਆਂ ਨੇ ਦੌੜ ਜਾਣਾ, ਬਸ ਸਿਰਫ ਨਾਮ ਤਰੀਕ ਸਿੱਖ ਜਿਹੜੇ ਤੇ ਉਹਨਾਂ ਨੇ ਹੀ ਰਹਿ ਜਾਣਾ। ਆਉਣ ਵਾਲੇ ਪ੍ਰਸੰਗ ਬੜੇ ਪਿਆਰੇ ਹਨ ਪਿਆਰਿਓ, ਉਹਨੂੰ ਆਪਾਂ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖੋਂ ਹੀ ਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ,
ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਛੋਜੀ ਪਿਆਰੇ ਗੋਬਿੰਦ ਸਿੰਘ ਜੀ। ਛੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।